ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਜੀ ਪ੍ਰੋਗਰਾਮ ਪ੍ਰਾਈਮ ਹੈਲਥ ਦੇ ਵਿੱਚ। ਮੈਂ ਗੁਰਪ੍ਰੀਤ ਸੰਧਾਵਾਲੀਆ ਤੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਸਿਹਤ ਸੰਬੰਧੀ ਗੱਲਾਂ ਬਾਤਾਂ ਕਰਦੇ ਹਾਂ। ਖਾਸ ਕਰਕੇ ਕੋਸ਼ਿਸ਼ ਸਾਡੀ ਇਹ ਹੁੰਦੀ ਹੈ ਕਿ ਦਵਾਈ ਬੂਟੀ ਤੋਂ ਬਿਨਾਂ ਉਹ ਚੀਜ਼ਾਂ ਜਿਹੜੀਆਂ ਕਿ ਆਪਣੀ ਰਸੋਈ 'ਚ ਮੌਜੂਦ ਨੇ ਜਾਂ ਜਿਹੜੀਆਂ ਚੀਜ਼ਾਂ ਆਪਾਂ ਦਿਨ 'ਚ 3 ਵਾਰ ਖਾਂਦੇ ਹਾਂ ਉਹਨਾਂ 'ਚੋਂ ਐਸਾ ਕੀ ਗਲਤ ਖਾ ਲੈਂਦੇ ਹਾਂ ਜਿਹਦਾ ਕਰਕੇ ਬਿਮਾਰ ਹੁੰਦੇ ਹਾਂ, ਅਤੇ ਐਸਾ ਕੀ ਖਾਣ ਦੀ ਆਦਤ ਪਾ ਲਈਏ ਜਿਹਦੇ ਨਾਲ ਜੇ ਲੱਗੀ ਕੋਈ ਬਿਮਾਰੀ ਹੈ ਤਾਂ ਉਹ ਦੂਰ ਹੋ ਸਕਦੀ ਹੈ। ਸਟਾਰਟਿੰਗ 'ਚ ਇਹ ਵੀ ਜ਼ਿਕਰ ਕਰਦੇ ਹਾਂ ਜੀ ਕਿ ਵੀ ਜੇ ਤੁਸੀਂ ਕੋਈ ਮੈਡੀਸਨ ਖਾਂਦੇ ਹੋ ਜਾਂ ਤੁਹਾਡੀ ਸਿਹਤ ਕਿਸ ਤਰ੍ਹਾਂ ਦੀ ਹੈ, ਕਿਵੇਂ ਦੀ ਨਹੀਂ ਹੈ, ਉਹਦੇ ਬਾਰੇ ਤੁਹਾਡੇ ਡਾਕਟਰ ਸਾਹਿਬ ਜ਼ਿਆਦਾ ਦੱਸ ਸਕਦੇ ਨੇ। ਅਸੀਂ ਇਹ ਜਿਹੜਾ ਪ੍ਰੋਗਰਾਮ ਹੈ ਉਹ ਸਿਰਫ ਤੋਂ ਸਿਰਫ ਜਾਣਕਾਰੀ ਦੇ ਲਈ ਕਰਦੇ ਹਾਂ। ਤੁਸੀਂ ਇਹਦੇ ਤੋਂ ਜਾਣਕਾਰੀ ਲੈ ਕੇ ਆਪਣੇ ਡਾਕਟਰ ਸਾਹਿਬ ਨਾਲ ਡਿਸਕਸ ਕਰਕੇ ਜ਼ਰੂਰ ਇਹਦੇ ਤੋਂ ਜਿਹੜਾ ਫਾਇਦਾ ਹੈ ਉਹ ਲੈ ਸਕਦੇ ਹੋ। ਐਸ ਵੀ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਡਾਕਟਰ ਰਿਦਮਨ ਸਿੰਘ ਮਾਲ ਹੋਰੀ ਨੇ। ਮਾਲ ਸਾਹਿਬ, ਬਹੁਤ ਬਹੁਤ ਸਵਾਗਤ ਜੀ ਪ੍ਰੋਗਰਾਮ 'ਚ ਤੁਹਾਡਾ। ਬਹੁਤ ਮਿਹਰਬਾਨੀ, ਸ਼ੁਕਰੀਆ ਜੀ। ਡਾਕਟਰ ਸਾਹਿਬ, ਗੱਲ ਇਹ ਆ ਕਿ ਆਪਾਂ ਵੱਖਰੀਆਂ ਵੱਖਰੀਆਂ ਬਿਮਾਰੀਆਂ ਬਾਰੇ ਗੱਲਾਂ ਤਾਂ ਕਰਦੇ ਰਹਿੰਦੇ ਹਾਂ, ਪਰ ਹੁਣ ਕਿਉਂਕਿ ਜਿਵੇਂ ਜਿਵੇਂ ਸਵਾਲ ਆਉਂਦੇ ਨੇ ਜਾਂ ਹੋਰ ਪਰਿਵਾਰ ਦੇ ਮੈਂਬਰ ਜੁੜਦੇ ਨੇ, ਫਿਰ ਕਿਸੇ ਨੂੰ ਕੋਈ ਨਾ ਕੋਈ ਮੁਸ਼ਕਿਲ ਹੁੰਦੀ ਆ। ਹਾਲਾਂਕਿ ਆਪਾਂ ਉਹਦੀਆਂ ਭੈਣਾਂ ਪਹਿਲਾਂ ਡਿਸਕਸ ਕਰ ਲਈਆਂ ਹੁੰਦੀਆਂ, ਪਰ ਇੱਦਾਂ ਹੁੰਦਾ ਨਾ ਜੀ ਵੀ ਪਰਟੀਕੂਲਰ ਫਲਾਨੀ ਚੀਜ਼ ਬਾਰੇ ਸਾਨੂੰ ਦੱਸੋ। ਸੋ ਮੈਂ ਚਾਹੁੰਦਾ ਕਿ ਅੱਜ ਵੀ ਜਿਹੜੀਆਂ ਚੀਜ਼ਾਂ ਦਿਮਾਗ 'ਚ ਨੇ ਜਾਂ ਜਿਹੜੀਆਂ ਚੀਜ਼ਾਂ ਆਈਆਂ ਨੇ ਆਪਾਂ ਨੂੰ ਸਵਾਲਾਂ ਦੇ ਰੂਪ 'ਚ ਆਪਾਂ ਡਿਸਕਸ ਕਰ ਲਈਏ। ਇਹਦੇ 'ਚ ਇੱਕ ਬਿਮਾਰੀ ਉਹ ਹੈ ਤਾਂ ਸਿਰ ਪੀੜ ਦਾ ਹੀ ਕਹਿੰਦੇ ਢੰਗ ਤਰੀਕਾ, ਪਰ ਉਹਨੂੰ ਕਹਿੰਦੇ ਮਾਈਗ੍ਰੇਨ ਆ। ਇਹ ਕੀ ਬਲਾ ਆ ਅਤੇ ਕਿਉਂ ਤੰਗ ਕਰਦੀ ਹੈ ਅਤੇ ਹੱਲ ਕੀ ਹੈ ਜੀ ਇਹਦਾ? ਇਹ ਮਾਈਗ੍ਰੇਨ ਜਿਹੜੀ ਹੈ ਇਹ ਇਸ ਵੇਲੇ ਸਾਡੇ ਭਾਈਚਾਰੇ ਦੇ ਵਿੱਚ ਬਹੁਤ ਹੀ ਪ੍ਰਚਲਿਤ ਤੇ ਆਮ ਆ ਜੀ। ਮਾਈਗ੍ਰੇਨ ਜਿਹੜੀ ਹੈ ਇਹ ਇੱਕ ਇਸ ਤਰ੍ਹਾਂ ਦੀ ਬਿਮਾਰੀ ਹੈ ਜਿਹਨੂੰ ਤੁਸੀਂ ਸਿਰ ਪੀੜ ਕਹਿ ਸਕਦੇ ਹੋ, ਲੇਕਿਨ ਇਹ ਅੱਧੇ ਸਿਰ ਦੀ ਪੀੜ ਹੁੰਦੀ ਹੈ। ਜਾਂ ਲੈਫਟ ਹੈਮਸਫੀਅਰ ਹੁੰਦਾ ਸਿਰ ਦਾ, ਜਾਂ ਰਾਈਟ ਹੁੰਦਾ ਹੈ, ਜਾਂ ਖੱਬਾ ਪਾਸਾ ਜਾਂ ਸੱਜਾ ਪਾਸਾ, ਅੱਧੇ ਸਿਰ ਦੀ ਪੀੜ ਜੀ। ਤੇ ਮੈਂ ਇਹ ਵੀ ਦੱਸਾਂ ਕਿ ਇਹ ਬਿਮਾਰੀ ਜਿਹੜੀ ਆ, ਇਹ ਜਿਹੜੇ ਲੋਕ ਰੱਬ ਨੂੰ ਬੜੇ ਪਿਆਰੇ ਹੁੰਦੇ ਆ, ਖੂਬਸੂਰਤੀ ਉਹਨਾਂ ਲੋਕਾਂ ਦਾ ਸ਼ੌਕ ਹੁੰਦਾ ਹੈ ਜੀ, ਔਰ ਪਰਫੈਕਸ਼ਨਿਸਟ ਕੋ ਆਉਂਦੇ ਆ। ਕਿਸੇ ਵੀ ਕਿਸਮ ਦੀ ਊਣਤਾਈ ਉਹਨਾਂ ਨੂੰ ਦਿਖ ਜਾਵੇ ਜਾਂ ਉਹਨਾਂ ਨੂੰ ਕੋਈ ਉੱਚਾ ਨੀਵਾਂ ਬੋਲ ਦਵੇ ਜਾਂ ਉਹਨਾਂ ਦੀ ਸੱਜ ਸਜਾਵਟ ਦੇ ਵਿੱਚ ਜ਼ਰਾ ਕੁ ਵੀ ਕੋਈ ਛੇੜਛਾੜ ਕਰ ਦੇ ਤੇ ਇਹ ਉੱਥੋਂ ਟ੍ਰਿਗਰ ਹੁੰਦੀ ਹੈ। ਇਸ ਕਰਕੇ ਇਹ ਕਿਹਾ ਹੈ ਕਿ ਇਹ ਪਰਫੈਕਸ਼ਨਿਸਟ ਲੋਕਾਂ ਦੀ ਪ੍ਰੋਬਲਮ ਹੈ। ਸੋ ਸ਼ੁਰੂਆਤ ਜਿਹੜੀ ਆ ਉਹ ਤੇ ਇੱਥੋਂ ਹੁੰਦੀ ਆ ਕਿ ਆ ਫੋਟੋ ਮੈਂ ਏਦਾਂ ਲਾਈ ਹੋਈ ਸੀ, ਇਹਨੂੰ ਛੇੜ ਕੇ ਖੱਬੇ ਪਾਸੇ ਕਿੰਨੇ ਕੀਤਾ ਹੈ, ਉੱਥੋਂ ਟ੍ਰਿਗਰ ਹੋ ਜਾਂਦੀ। ਜੇ ਕਿਤੇ ਬੈੱਡ ਦੇ ਉੱਤੇ ਚੱਦਰ ਵਿਛਾਈ ਹੋਈ ਹੈ ਤੇ ਉਹਦੇ ਉੱਤੇ ਸਿਲਵਟਾਂ ਪੈ ਗਈਆਂ, ਸਰਾਣਾ ਜਰਾ ਕਿ ਟੇਢਾ ਰੱਖਿਆ ਹੋਇਆ, ਕਹਿੰਦੇ ਕਿਹਨੇ ਕੀਤਾ ਆ, ਇਹ ਸ਼ੁਰੂ ਹੋ ਜਾਂਦੀ ਹੈ। ਪ੍ਰੈਸ ਕਰਦਿਆਂ ਕਿਤੇ ਪੈਂਟ ਨੂੰ ਕਮੀਜ਼ ਨੂੰ ਕਰੀਜ਼ਾਂ 2 ਪੈ ਜਾਣ, ਸਿਰ ਨੂੰ ਚੜ ਜਾਂਦੀ ਹੈ ਗੱਲ, ਇਹ ਕਿਹਨੇ ਕੀਤਾ, ਤੇ ਇਹ ਉੱਥੋਂ ਟ੍ਰਿਗਰ ਹੁੰਦੀ ਹੈ। ਲੇਕਿਨ ਇਹ ਵਰਸਟ ਕੰਡੀਸ਼ਨ ਤੇ ਉਦੋਂ ਚਲੀ ਜਾਂਦੀ ਆ ਜਦੋਂ 15-15 ਦਿਨ ਉਲਟੀਆਂ ਆਉਣੋਂ ਹੀ ਨਹੀਂ ਹਟਦੀਆਂ, ਜਦੋਂ ਕੈ ਆਉਂਦੀ ਆ, ਦਿਲ ਕੱਚਾ ਹੁੰਦਾ ਰਹਿੰਦਾ, ਸਿਰਦਰਦ ਇੰਨੀ ਜ਼ਿਆਦਾ ਹੋ ਜਾਂਦੀ ਆ ਕਿ ਬਰਦਾਸ਼ਤ ਤੋਂ ਬਿਨਾਂ ਸਿਰਦਰਦ ਦੀਆਂ ਪੇਨ ਕਿਲਰ ਲੈ ਲੈ ਕੇ ਅਸੀਂ ਰਿਲੀਫ ਤਾਂ ਲੈ ਲੈਂਦੇ ਹਾਂ, ਪ੍ਰੋਬਲਮ ਵੱਧਦੀ ਜਾਂਦੀ ਹੈ ਜੀ। ਸੋ ਪੇਨ ਕਿਲਰ ਤੁਹਾਨੂੰ ਟੈਂਪਰੇਰੀ ਤੇ ਰਿਲੀਫ ਦੇਤਾ, ਲੇਕਿਨ ਅਲਟੀਮੇਟਲੀ ਉਹਦੇ 'ਚ ਵਾਧਾ ਕੀਤਾ, ਕਿਉਂਕਿ ਜਦੋਂ ਸਰੀਰ ਦੇ ਵਿੱਚ ਐਸਿਡ ਜ਼ਿਆਦਾ ਹੋਏਗਾ, ਹਾਈਪਰ ਐਸਿਡਿਟੀ ਹੋਏਗੀ, ਉਸ ਵੇਲੇ ਇਹ ਪ੍ਰੋਬਲਮ ਵਰਸਟ ਕੰਡੀਸ਼ਨਸ ਚਲੀ ਜਾਂਦੀ ਹੈ। ਤੇ ਇਹ ਸਿਰ ਦਰਦ ਹੈ ਜਿਹੜੀ, ਇਹ ਟ੍ਰਿਗਰ ਹੋਣ ਤੋਂ ਪਹਿਲਾਂ ਪਤਾ ਲੱਗ ਜਾਂਦਾ, ਉਸ ਵੇਲੇ ਬੌਂਦਲਿਆ ਬੌਂਦਲਿਆ ਬੰਦਾ ਫਿਰਦਾ ਹੈ। ਤੇ ਫਿਰ ਇਹ ਅੱਧੇ ਸਿਰ ਦੀ ਸ਼ਰਤ ਹੁੰਦੀ ਹੈ, ਸਵੇਰ ਤੋਂ ਲੈ ਕੇ ਸ਼ਾਮ ਤੱਕ ਵੀ ਹਟ ਜਾਂਦੀ ਹੈ, 2 ਦਿਨ 3 ਦਿਨ ਵੀ ਲੈਂਦੀ ਹੈ ਤੇ 15 ਦਿਨ ਤੱਕ ਵੀ ਚਲੀ ਜਾਂਦੀ ਹੈ। ਇਹ ਡਿਪੈਂਡ ਕਰੇਗਾ ਤੁਹਾਡੀ ਬਾਡੀ ਇਸ ਦੇ ਕਿੰਨੀਆਂ, ਤੁਹਾਡੀ ਬਾਡੀ ਦੇ ਵਿੱਚ ਤੇਜ਼ਾਬੀ ਮਾਦਾ ਕਿੰਨਾ ਹੈ ਜੀ। ਸੋ ਜਿਹੜੇ ਪਰਫੈਕਸ਼ਨਿਸਟ ਲੋਕ ਨੇ ਘਰ ਦੇ ਵਿੱਚ, ਸਾਨੂੰ ਪਛਾਣਨਾ ਹੁੰਦਾ ਹੈ ਕਿ ਇਹ ਪਰਫੈਕਸ਼ਨਿਸਟ ਲੋਕ ਨੇ। ਹੁੰਦੇ ਤੇ ਇਹ ਬੜੇ ਖੂਬਸੂਰਤ ਇਨਸਾਨ ਨੇ, ਰੱਬ ਨੂੰ ਸਭ ਤੋਂ ਵੱਧ ਪਿਆਰੇ ਹੁੰਦੇ ਆ, ਕਿਉਂਕਿ ਤਰਤੀਬ, ਖੂਬਸੂਰਤੀ, ਐਸਥੈਟਿਕਸ ਇਹ ਉਹਨਾਂ ਦਾ ਸ਼ੌਕ ਹੁੰਦਾ ਆ, ਇਹ ਉਹਨਾਂ ਦੀ ਜੀਵਨ ਸ਼ੈਲੀ ਹੁੰਦੀ ਹੈ। ਸੋ ਇਸ ਕਰਕੇ ਸਾਨੂੰ ਇਹ ਪਛਾਣਨਾ ਚਾਹੀਦਾ ਹੈ ਕਿ ਇਹਨਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਨਾ ਦਿੱਤੀ ਜਾਵੇ, ਇਰੀਟੇਟ ਨਾ ਕੀਤਾ ਜਾਵੇ। ਖੂਬਸੂਰਤੀ ਜਿਹੋ ਜਿਹੀ ਉਹ ਇਨਸਾਨ ਰੱਖਦਾ ਆ, ਆਲੇ ਦੁਆਲੇ ਬਾਕੀ ਜੀਵ ਵੀ ਉਵੇਂ ਦੀ ਖੂਬਸੂਰਤੀ ਕਰਨ, ਜਾਂ ਇਹਨੂੰ ਉੱਚਾ ਨੀਵਾਂ ਨਹੀਂ ਬੋਲਣਾ, ਇਹਨੂੰ ਕੋਈ ਮਾੜੀ ਗੱਲ ਕਦੇ ਕਹਿਣੀ ਨਹੀਂ, ਕਿਉਂਕਿ ਉਹ ਘਰ ਜਾਣੀਆਂ, ਫਿਰ ਟ੍ਰਿਗਰ ਹੋਣੀਆਂ ਤੇ ਫਿਰ ਵਰਸ ਕੰਡੀਸ਼ਨ ਤੱਕ ਜਾਣੀਆਂ।
ਸੋ ਇਹਨੂੰ ਸਮਝਣ ਦੀ ਗੱਲ ਇਹ ਹੈ ਕਿ ਅੱਧੇ ਸਿਰ ਦੀ ਦਰਦ ਹੁੰਦੀ ਹੈ, ਜਦੋਂ ਕਿ ਇਹਦੀ ਨਾਲ ਹੀ ਇੱਕ ਹੋਰ ਭੈਣ ਹੈ ਜਿਹਨੂੰ ਵਰਟਾਈਗੋ ਕਹਿੰਦੇ ਆ। ਡਾਕਟਰ ਸਾਹਿਬ ਇੱਕ ਨਾ ਮਾਫੀ ਮੰਗ ਕੇ ਮੈਂ ਗੱਲ ਕਰਨੀ ਚਾਹੁੰਦਾ। ਆ ਜਿਹੜਾ ਤੁਸੀਂ ਮਾਈਗ੍ਰੇਨ ਦਾ ਕਾਰਨ ਦੱਸੀ ਜਾਂਦੇ ਹੋ, ਇਹਦੇ ਤੋਂ ਤਾਂ ਮੈਨੂੰ ਐਂ ਲੱਗਿਆ ਕਿ ਵੀ ਇਹ ਤਾਂ ਬਿਮਾਰੀ ਸਗੋਂ ਪੰਜਾਬੀ ਵਧਾ ਲੈਂਦੇ ਹੋਣੇ ਆ, ਕਿਉਂਕਿ ਇਹ ਤਾਂ ਆਮ ਘਰਾਂ ਦੀ ਗੱਲ ਹੈ ਵੀ ਜੇ ਮੰਨ ਲਓ ਕਿਸੇ ਨੇ ਕਹਿਤਾ ਵੀ ਯਾਰ ਤੂੰ ਆ ਕੀ ਕੀਤਾ, ਦਾ ਸੋਹਣੇ ਸਰਾਣੇ ਐ ਰੱਖੇ ਸੀ, ਆ ਹੁਣੇ ਚਾਦਰ ਦੇ ਉੱਤੇ ਬਹਿ ਕੇ ਵੱਟ ਪਾ, ਤੇ ਬਹੁਤ ਘੱਟ ਲੋਕ ਨੇ ਜਿਹੜੇ ਅੱਗੋਂ ਕਹਿਣਗੇ ਵੀ ਚੱਲ ਕੋਈ ਨਹੀਂ ਆਪਾਂ ਸੈੱਟ ਕਰਨ ਲੈ, ਹੁਣ ਬਹਿਣਾ ਤੇ ਚਾਦਰ ਤੇ ਵੱਟ ਨਹੀਂ ਪੈਣੇ ਕਿਤੇ, ਦੱਸ ਹੁਣ ਤੂੰ ਦੇ ਆਖੇ ਵੀ ਇਹਦੇ ਵਿਛਾ ਕੇ ਰੱਖ ਛੱਡੋ, ਆਪ ਉੱਥੇ ਭੁੰਜੇ ਪਏ ਰਹੋ। ਉਦੋਂ ਬਾਅਦ ਫਿਰ ਕੀ ਹੁੰਦਾ ਵੀ ਘਰ 'ਚ ਲੜਾਈ ਪੈ ਜਾਂਦੀ, ਫਿਰ ਲੜਾਈਆਂ ਗਾਂਹ ਦੀ ਗਾਂਹ ਵੱਧਦੀਆਂ, ਕਿਤੇ ਦੀ ਕਿਤੇ ਚਲੀਆਂ ਜਾਂਦੀਆਂ। ਇਹ ਤਾਂ ਬੜਾ ਅਜੀਬ ਜਿਹਾ ਕਾਰਨ ਨਹੀਂ ਦੱਸਦਾ ਤੁਸੀਂ ਵੀ ਇੱਦਾਂ ਦੇ ਲੋਕ ਤਾਂ ਫਿਰ ਸਰਵਾਈਵ ਕਰਨਾ, ਖਾਸ ਕਰਕੇ ਸਾਡੇ ਵਾਲੇ ਭਾਈਚਾਰੇ ਤਾਂ ਔਖਾ ਜੀ। ਜਿਨ੍ਹਾਂ ਦੇ ਕੋਲ ਐਸਥੈਟਿਕ ਸੈਂਸ ਬਹੁਤ ਜ਼ਿਆਦਾ ਹੁੰਦੀ ਹੈ, ਉਹਨਾਂ ਨੂੰ ਤੁਸੀਂ ਖੰਡ ਦੇ ਖਿਡੌਣੇ ਕਹਿ ਲਓ ਕਿ ਉਹ ਰੂੰ ਦੇ ਵਿੱਚ ਲਪੇਟ ਕੇ ਰੱਖਣੇ ਪੈਂਦੇ ਆ। ਸੋ ਜਿਹੜੇ ਬਹੁਤ ਜ਼ਿਆਦਾ ਖੂਬਸੂਰਤੀ ਪਸੰਦ ਕਰਦੇ ਆ, ਐਸਥੈਟਿਕਸ, ਸਫਾਈ, ਆਪਣੀਆਂ ਸੀਮਾਵਾਂ ਲਾ ਕੇ ਰੱਖਣੀਆਂ, ਉਹਨਾਂ ਨੂੰ ਡਰੈਸਅਪ ਹੋਣ 'ਚ, ਉਹਨਾਂ ਦੇ ਕਲਰ ਕੰਬੀਨੇਸ਼ਨ, ਉਹਨਾਂ ਦਾ ਘਰ-ਬਾਰ, ਚਾਹੇ ਉਹ ਗਰੀਬ ਗੁਰਬਾ ਹੋਵੇ, ਚਾਹੇ ਉਹ ਸਧਾਰਨ ਹੋਣ, ਚਾਹੇ ਉਹ ਬਹੁਤ ਰਿਚ ਹੋਣ, ਇਹ ਹਰ ਕਿਸੇ ਦੀ ਇੰਡੀਵਿਜੂਅਲ ਹੁੰਦੀ ਹੈ। ਤੇ ਮੈਂ ਇਹ ਦੱਸਿਆ ਕਿ ਇਹ ਬਹੁਤ ਹੀ ਸੌਫਟ ਮਾਈਂਡ ਹੁੰਦੇ ਆ, ਬਹੁਤ ਹੀ ਐਸਥੈਟਿਕ ਦਾ ਮਤਲਬ ਹੈ ਜਿਹੜੇ ਖੂਬਸੂਰਤੀ ਨੂੰ ਪਸੰਦ ਕਰਦੇ ਆ। ਸਾਰੇ ਲੋਕ ਇਸ ਕਰਕੇ ਇਹੋ ਜਿਹੇ ਨਹੀਂ ਹੁੰਦੇ। ਸੋ ਇਹ ਹਰ ਕਿਸੇ ਦੀ ਪ੍ਰੋਬਲਮ ਨਹੀਂ ਹੈ, ਇਹਨੂੰ ਬਿਹੇਵੀਅਰਲ ਡਿਸਆਰਡਰ ਕਹਿੰਦੇ ਆ। ਇਹ ਬਿਹੇਵੀਅਰ ਦੀ ਪ੍ਰੋਬਲਮ ਹੈ ਜਿਹੜੀ ਅੱਗੇ ਜਾ ਕੇ ਵਰਸ ਕੰਡੀਸ਼ਨ ਦੇ ਵਿੱਚ ਚਲੀ ਜਾਂਦੀ ਹੈ। ਸ਼ੁਰੂਆਤੀ ਇਹ ਬਿਹੇਵੀਅਰ ਆ, ਤੇ ਹਰ ਇਨਸਾਨ ਦਾ ਬਿਹੇਵੀਅਰ ਦੂਸਰੇ ਤੋਂ ਵੱਖਰਾ ਹੁੰਦਾ ਆ। ਇੱਕ ਇਨਸਾਨ ਦੇ ਖੂਬਸੂਰਤ ਨੇ ਤੇ ਖੂਬਸੂਰਤੀ, ਇਹ ਰੱਬ ਦੇ ਖੂਬਸੂਰਤ ਲੋਕ ਨੇ ਤੇ ਇਹਨਾਂ ਨੂੰ ਖੂਬਸੂਰਤੀ ਬਹੁਤ ਪਸੰਦ ਹੈ, ਔਰ ਇਹ ਬਹੁਤ ਥੋੜੀ ਗਿਣਤੀ ਦੇ ਲੋਕ ਹੁੰਦੇ ਆ। ਅੱਛਾ, ਤੁਸੀਂ ਇਹਦਾ ਕੋਈ ਅਗਲਾ ਕੁਛ ਮੇਰਾ ਖਿਆਲ ਜਾਂ ਅਗਲੀ ਇਹਦੀ ਕੋਈ ਨਾਲ ਲਾ ਕੇ ਕੋਈ ਭੈਣ ਕੋਈ ਬਿਮਾਰੀ ਹੋਰ ਦੱਸ ਰਹੇ ਸੀ, ਉਹ ਕੋਈ ਅਗਲੀ ਵਰਸ ਕੰਡੀਸ਼ਨ ਹੈ ਜੀ? ਨਹੀਂ, ਉਹ ਵਰਟਾਈਗੋ ਆ। ਵਰਟਾਈਗੋ ਦਾ ਮਤਲਬ ਹੁੰਦਾ ਉਹ ਵੀ ਦਿਮਾਗ ਦੀ ਸੂਜਨ ਹੈ। ਜਦੋਂ ਮੈਂ ਇਹ ਕਹਿਣਾ ਕਿ ਬਾਡੀ ਦੇ ਵਿੱਚ ਐਸਿਡ ਜ਼ਿਆਦਾ ਹੋਣਾ ਔਰ ਲਗਾਤਾਰ ਰਹਿਣਾ, ਉਹਦੇ ਨਾਲ ਬਾਕੀ ਬਾਡੀ ਨੇ ਅਪਸੈਟ ਹੋਣਾ ਸੁਭਾਵਿਕ ਆ। ਜਦੋਂ ਇਹ ਸੂਜਨ ਸਾਡੇ ਦਿਮਾਗ 'ਚ ਚਲੀ ਜਾਂਦੀ ਹੈ ਤੇ ਉਹ ਸੂਜਨ ਸਾਨੂੰ ਇਹ ਜਿਹੀਆਂ ਪ੍ਰੋਬਲਮਸ ਦਿੰਦੀਆਂ, ਜਿਵੇਂ ਕਿ ਮਾਈਗ੍ਰੇਨ ਹੋਈ ਜਾਂ ਸਾਡੇ ਕੋਲ ਵਰਟਾਈਗੋ। ਵਰਟਾਈਗੋ ਇਹਦੇ ਨਾਲੋਂ ਕਿਵੇਂ ਵੱਖਰੀ ਆ ਕਿ ਉਹਦੇ ਵਿੱਚ ਚੱਕਰ ਆਉਂਦੇ ਆ, ਇਹਦੇ ਵਿੱਚ ਸਿਰ ਦਰਦ ਹੁੰਦੀ ਆ, ਅੱਧੇ ਸਿਰ ਦੀ ਦਰਦ ਹੁੰਦੀ ਆ, ਉਹਦੇ ਵਿੱਚ ਚੱਕਰ ਆਉਂਦੇ ਆ, ਦਿਲ ਕੱਚਾ ਹੁੰਦਾ ਆ, ਬੰਦਾ ਲੇਟਦਾ ਆ ਤਾਂ ਚੱਕਰ ਹੈ, ਲੇਟ ਕੇ ਬੈਠ ਜਾਂਦਾ ਤਾਂ ਚੱਕਰ ਆ, ਪਾਸਾ ਪਰਤਦਾ ਤਾਂ ਚੱਕਰ ਹੈ, ਸਿੱਧਾ ਲੇਟਿਆ ਹੋਇਆ ਤੇ ਉਹਨੂੰ ਐਂ ਲੱਗਦਾ ਪੱਖਾ ਵੀ ਘੁੰਮੀ ਜਾਂਦਾ ਤੇ ਆਲਾ ਦੁਆਲਾ ਕੰਧਾਂ ਕੋਠੇ ਵੀ ਘੁੰਮਦੇ ਜਾਂਦੇ ਆ। ਸੋ ਜਦੋਂ ਆਲਾ ਦੁਆਲਾ ਘੁੰਮਦਾ ਦਿਸਦਾ ਹੈ, ਪੈਰ ਪੁੱਟਣ ਲੱਗਿਆ ਬੰਦਾ ਡਿੱਗਦਾ ਆ, ਉਹ ਵਰਟਾਈਗੋ ਆ। ਉਹ ਵੀ ਦਿਮਾਗ ਦੀ ਸੂਜਨ ਹੈ, ਲੇਕਿਨ ਇਹ ਅੱਧੇ ਸਿਰ ਦੀ ਦਰਦ ਹੈ, ਇਹ ਅੱਧੇ ਸਿਰ ਦਾ ਸੂਜਨ ਹੈ। ਸੋ ਇਸ ਕਰਕੇ ਸੂਜਨ ਇੱਥੇ ਬੜਾ ਇੰਪੋਰਟੈਂਟ ਲਫ਼ਜ਼ ਆ ਰਿਹਾ ਹੈ। ਸੋਜ ਹੈ ਜਿਹੜੀ, ਇਨਫਲੇਮੇਸ਼ਨ ਹੈ ਜਿਹੜੀ, ਇਹ ਟੈਂਪਰੇਰੀ ਫੇਜ਼ ਹੁੰਦਾ, ਪੱਕਾ ਨਹੀਂ ਹੁੰਦਾ। ਲੇਕਿਨ ਇਹ ਹੁੰਦਾ ਉਦੋਂ ਆ ਜਦੋਂ ਲਗਾਤਾਰ ਸਾਡੇ ਸਰੀਰ ਦੇ ਵਿੱਚ ਤੇਜ਼ਾਬੀ ਮਾਦਾ ਵਧਿਆ ਰਹਿੰਦਾ ਹੈ। ਹੁਣ ਤੇਜ਼ਾਬੀ ਮਾਦਾ ਵਧੇ ਹੋਣ ਦੀਆਂ ਅਲਾਮਤਾਂ ਕੀ ਨੇ, ਸਿੰਪਟਮਸ ਕੀ ਹੈ, ਸਾਨੂੰ ਕਿਵੇਂ ਪਤਾ ਲੱਗੇ? ਜਦੋਂ ਕਿਤੇ ਫੂਡ ਪਾਈਪ ਦੇ ਵਿੱਚ ਸਾੜ ਪੈਂਦਾ ਹੈ, ਜਦੋਂ ਕਿਤੇ ਰੋਟੀ ਖਾਣ ਤੋਂ ਘੰਟਾ ਬਾਅਦ ਰੀਫਲਕਸ, ਡਕਾਰ ਆਉਣੇ ਸ਼ੁਰੂ ਹੋ ਜਾਂਦੇ ਆ, ਜਦੋਂ ਪੇਟ ਗੁਬਾਰੇ ਵਾਂਗ ਫੁੱਲਿਆ ਰਹਿੰਦਾ, ਕੱਸਿਆ ਰਹਿੰਦਾ, ਟਾਈਟ ਰਹਿੰਦਾ। ਬਹੁਤ ਸਾਰੇ ਡਾਕਟਰ ਪੇਟ ਨੱਪ ਕੇ ਵੀ ਵੇਖਦੇ ਆ ਜਦੋਂ ਫਿਜ਼ੀਕਲ ਐਗਜ਼ਾਮੀਨੇਸ਼ਨ ਕਰਦੇ ਆ ਕਿ ਉਹ ਕਿੰਨਾ ਟਾਈਟ ਹੈ। ਇਹਦਾ ਮਤਲਬ ਅੰਦਰ ਗੈਸ ਭਰੀ ਹੋਈ ਹੈ। ਸਟੂਲ ਦੀ ਡਿਸਟੋਰਸ਼ਨ ਹੁੰਦੀ ਹੈ, ਸਟੂਲ ਦੀ ਫਾਰਮੇਸ਼ਨ ਠੀਕ ਨਹੀਂ ਹੁੰਦੀ। ਜਦੋਂ ਤੁਸੀਂ ਟਾਇਲਟ ਜਾਂਦੇ ਹੋ ਤੇ ਫਲੈਚੂਲੈਂਸ ਪਾਸ ਨਹੀਂ ਹੁੰਦਾ, 2 ਵਾਰ 3 ਵਾਰ ਗਏ ਤਾਂ ਵੀ ਪੇਟ ਸਾਫ਼ ਨਹੀਂ ਹੋਇਆ, ਤੁਸੀਂ ਕੰਮ ਤੇ ਚਲੇ ਗਏ। ਸੋ ਇਹ ਅਲਾਮਤਾਂ ਨੇ ਤੇਜ਼ਾਬੀ ਮਾਦਾ ਸਰੀਰ 'ਚ ਵਧਿਆ ਹੋਣ ਦੀਆਂ। ਪਲੱਸ ਫਿਰ ਮੋਢੇ ਗੋਡੇ ਦਰਦ ਕਰਦੇ ਰਹਿੰਦੇ ਆ, ਪਾਸਾ ਪਰਤੋ ਤਾਂ ਵੀ ਦਰਦ ਹੈ, ਦਲਿੱਦਰ ਪਿਆ, ਬਾਡੀ ਏਕਸ। ਫਿਰ ਅਸੀਂ ਆ ਡੱਬੇ ਦੇ ਡੱਬੇ ਪੇਨ ਕਿਲਰਸ ਆਪਾਂ ਹਰ ਕਿਸੇ ਨੇ ਰੱਖੇ ਹੋਏ ਆ ਘਰੇ, ਫਿਰ ਅਸੀਂ ਉਹਨੂੰ ਮੁਕਾਉਣ ਤੁਰ ਪੈਂਦੇ ਆ। ਸੋ ਇਹ ਨਹੀਂ ਸੋਚਦੇ ਕਿ ਜੇ ਤੇਜ਼ਾਬੀ ਮਾਦਾ ਵਧਿਆ ਤੇ ਉਹਦਾ ਅਸੀਂ ਪ੍ਰਬੰਧ ਕਿਵੇਂ ਕਰਨਾ ਹੈ। ਇਸ ਵੇਲੇ 90% ਦੀ ਪ੍ਰੋਬਲਮ ਹੈਡ ਟੂ ਟੋ। ਤੁਸੀਂ ਹੁਣ ਗੱਲ
ਮਾਈਗ੍ਰੇਨ ਤੋਂ ਸ਼ੁਰੂ ਕੀਤੀ ਹੈ, ਹੈਡ ਟੂ ਟੋ ਜਿੰਨੀਆਂ ਵੀ ਦਰਦਾਂ ਨੇ, ਜਿੰਨੀ ਵੀ ਸੂਜਨ, ਇਹ ਸਾਰੀਆਂ ਦੀਆਂ ਸਾਰੀਆਂ ਦੀ ਜੜ ਜਿਹੜੀ ਆ ਉਹ ਐਸਿਡ ਤੇ ਅਲਕਲੀ ਦਾ ਤਵਾਜ਼ਨ ਟੁੱਟੇ ਹੋਣ ਤੇ ਆ। ਲੇਕਿਨ ਇਹਦੀ ਵੱਖਰੀਆਂ ਵੱਖਰੀਆਂ ਡਾਇਮੈਂਸ਼ਨਸ ਨੇ। ਜੇ ਇਹ ਕਿਤੇ ਬਿਗ ਟੋ ਤੇ ਦਰਦ ਹੋ ਜਾਂਦੀ ਆ, ਸਾਡੇ ਪੈਰ ਦੀ ਜਿਹੜੀ ਵੱਡਾ ਅੰਗੂਠੇ ਦਾ ਜੋੜ ਹੁੰਦਾ ਹੈ, ਉਸ ਵੇਲੇ ਸਮਝੋ ਯੂਰਿਕ ਐਸਿਡ ਵਧਿਆ ਹੋਇਆ ਹੈ। ਸੋ ਯੂਰਿਕ ਐਸਿਡ ਜਦੋਂ ਵਧਿਆ ਹੁੰਦਾ ਆ, ਉਸ ਵੇਲੇ ਵੀ ਲਗਾਤਾਰ ਵਧਿਆ ਰਹਿਣ ਦੇ ਉੱਤੇ ਇੱਕ ਮਾਤਰਾ ਜਿਹੜੀ ਬਣੀ ਹੋਈ ਆ ਬਾਡੀ ਦੇ, ਉਸ ਤੋਂ ਉੱਪਰ ਚਲਾ ਜਾਂਦਾ ਹੈ। ਫਿਰ ਵੀ ਸਾਡੇ ਗੋਡੇ ਮੋਢੇ ਦੁਖਦੇ ਆ, ਪਾਸਾ ਪਰਤਣਾ ਵੀ ਦੁਖਦਾ ਹੈ। ਸੋ ਇਹ ਦਰਦਾਂ ਜਿਹੜੀਆਂ ਆ ਇਹ ਸੂਜਨ ਕਰਕੇ ਹੁੰਦੀਆਂ, ਸੂਜਨ ਜਿਹੜੀ ਆ ਉਹ ਤੇਜ਼ਾਬ ਕਰਕੇ ਹੁੰਦੀ ਹੈ। ਸੋ ਇਸ ਕਰਕੇ ਸਾਨੂੰ ਆਪਣੀ ਖੁਰਾਕ ਦੇ ਵਿੱਚ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਕਿ ਅਸੀਂ ਤੇਜ਼ਾਬੀ ਮਾਦਾ ਵਧਣ ਵਾਲੀ ਖੁਰਾਕ ਨਹੀਂ ਖਾਣੀ। ਉਹ ਚੀਜ਼ਾਂ ਸਵਾਦ ਨੂੰ ਬੜੀਆਂ ਚੰਗੀਆਂ ਲੱਗਦੀਆਂ, ਲੇਕਿਨ ਪੇਟ 'ਚ ਜਾ ਕੇ, ਸਰੀਰ ਦੇ ਵਿੱਚ ਜਾ ਕੇ ਉਥਲ ਪੁਥਲ ਕਰਦੀਆਂ। ਸੋ ਇਸ ਕਰਕੇ ਮੈਂ ਬਹੁਤ ਵਾਰੀ ਜਿਨ੍ਹਾਂ ਦਾ ਤੇਜ਼ਾਬੀ ਮਾਦਾ ਵੱਧਦਾ ਹੈ ਉਹਨਾਂ ਨੂੰ ਸੁਜੈਸਟ ਕਰਦਾ ਰਹਿਣਾ, ਭਈ ਚਾਹ ਤੇ ਕੌਫੀ, ਕਿਉਂਕਿ ਚਾਹ ਉਹ ਚਾਹ ਨਹੀਂ ਰਹੇਗੀ ਜਿਹੜੀ ਗੋਰਿਆਂ ਨੇ ਇੰਟਰੋਡਿਊਸ ਕੀਤੀ ਸੀ। ਅਸੀਂ ਇੱਕ ਇਹੋ ਜਿਹਾ ਕਾੜਾ ਬਣਾਉਂਦੇ ਆ ਜਿਹੜਾ ਸਾਡੇ ਸਰੀਰ ਨੂੰ ਬਿਲਕੁਲ ਸਮਝ ਨਹੀਂ ਲੱਗਦੀ ਕਿ ਇਹ ਸਾਡੇ ਅੰਦਰ ਕੀ ਸੁੱਟ ਦਿੱਤਾ ਹੈ, ਕਿਉਂਕਿ ਪਹਿਲਾਂ ਪਾਣੀ ਉਬਾਲਿਆ, ਫਿਰ ਪੱਤੀ ਪਾਈ ਤਾਂ ਉਬਾਲਾ, ਦੁੱਧ ਪਾਇਆ ਤਾਂ ਉਬਾਲਾ, ਖੰਡ ਪਾਈ ਤਾਂ ਉਬਾਲਾ। ਉਹ ਪਤਾ ਨਹੀਂ ਕੀ ਬਣ ਜਾਂਦਾ, ਨਾ ਸਾਨੂੰ ਪਤਾ ਤੇ ਨਾ ਸਾਡੇ ਐਂਜ਼ਾਈਮਸ ਨੂੰ ਪਤਾ ਲੱਗਦਾ। ਸੋ ਚਾਹ ਜਿਹੜੀ ਹੈ ਇਸ ਵੇਲੇ ਸਭ ਤੋਂ ਵੱਧ ਐਸਿਡ ਕਰ ਰਹੀ ਹੈ। ਸੋ ਜਿਨ੍ਹਾਂ ਨੂੰ ਸੂਟ ਕਰਦੀ ਹੈ ਓਕੇ, ਜਿਨ੍ਹਾਂ ਦੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਰਿਸਟ੍ਰਿਕਟ ਕਰਨੀ ਚਾਹੀਦੀ ਹੈ। ਸੋ ਇਹਦੇ ਵਿੱਚ ਮੈਂ ਚਾਹ ਤੇ ਕੌਫੀ ਬੰਦ ਕਰਨਾ। ਹਰੀ ਮਿਰਚ, ਲਾਲ ਮਿਰਚ, ਕੱਚਾ ਲਸਣ, ਪਿਆਜ਼ ਬੜੀ ਥਾਵਾਂ ਤੇ ਦਿੰਨੇ ਆ ਅਸੀਂ, ਇੱਥੇ ਮੈਂ ਮਨਾ ਕਰਦਾ। ਮਠਿਆਈਆਂ ਤੇ ਤਲੀਆਂ ਚੀਜ਼ਾਂ ਬਹੁਤ ਸਵਾਦ ਲੱਗਦੀਆਂ, ਭੋਜਨ ਸਾਡਾ ਅੱਧਾ ਤੇ ਫਰਾਈਡ ਹੈ। ਜਿਨ੍ਹਾਂ ਦੀ ਪ੍ਰੋਬਲਮ ਹੈ ਉਹ ਤੇ ਖਾਣ, ਪਰ ਜਿਨ੍ਹਾਂ ਨੂੰ ਇਹ ਜੀ ਪ੍ਰੋਬਲਮ ਹੈ ਜਿਹੜੀ ਕਿ ਰੂਟ ਕਾਜ਼ ਹਾਈਪਰ ਐਸਿਡਿਟੀ ਆ, ਉਹ ਇਸ ਚੀਜ਼ ਤੋਂ ਜ਼ਰੂਰ ਵਰਜਿਤ ਰਹਿਣ। ਤੇ ਫਿਰ ਅਸੀਂ ਪ੍ਰੀਵੈਂਸ਼ਨ ਦੀ ਗੱਲ ਕਰ ਲੈਂਦੇ ਹਾਂ, ਬਚਾਓ ਵਿੱਚ ਹੀ ਬਚਾਓ ਉਹਦੀ ਗੱਲ ਕਰ ਲੈਂਦੇ ਹਾਂ। ਸੋ ਪਰਹੇਜ਼ ਅੱਧਾ ਇਲਾਜ ਹੁੰਦਾ ਆ ਸੰਧਾਵਾਲੀਆ ਸਾਹਿਬ। ਬਿਲਕੁਲ ਜੀ ਡਾਕਟਰ ਸਾਹਿਬ, ਮੈਂ ਕਹਿਣ ਲੱਗਿਆ ਸੀ ਵੀ ਆ ਤੁਸੀਂ ਜਿੱਦਾਂ ਹੁਣੇ ਕਿਹਾ ਕਿ ਵੀ ਦਰਦਾਂ ਜੀਆਂ ਹੁੰਦੀਆਂ, ਸਰੀਰ ਨਿਢਾਲ ਹੈ, ਸੁਸਤੀ ਪਈ ਹੈ, ਜਾਣ ਨੂੰ ਕਿਤੇ ਜੀਅ ਨਹੀਂ ਕਰਦਾ, ਉਦੋਂ ਤੇ ਬੰਦੇ ਦਾ ਆਪ ਦਿਲ ਨਾ ਕਰੇ ਤੇ ਕੋਈ ਨਾ ਕੋਈ ਵੈਸੇ ਸੁਲਾਹ ਮਾਰ ਲੈਂਦਾ ਵੀ ਐਂ ਕਰ ਤੂੰ ਨਾ 90 ਮੀਲ ਵਾਲੀ ਕਾੜ ਕੇ ਚਾਹ ਪੀਏ ਕਰਾਂ, ਫਿਰ ਵੇਖੀ ਸਰੀਰ ਕੰਢੇ ਸਿਰ ਹੁੰਦਾ। ਇਹਦਾ ਮਤਲਬ ਤੁਹਾਡੀ ਗੱਲ ਤੋਂ ਤਾਂ ਇਹ ਪਤਾ ਲੱਗਦਾ ਵੀ ਜਦੋਂ ਅੱਗੇ ਦੁਖੀ ਵਿਚਾਰਾ ਯੂਰਿਕ ਐਸਿਡ ਤੋਂ ਉੱਤੋਂ ਇਹੋ ਜਿਹੀ ਚਾਹ ਪੀ ਲਈ ਜਾਂ ਕਾੜਾ ਪੀ ਲਿਆ, ਜੋ ਵੀ ਤੁਸੀਂ ਦੱਸਦੇ ਹੋ, ਫਿਰ ਤਾਂ ਕੰਮ ਅੱਗ ਤੇ ਤੇਲ ਪਾਉਣ ਵਾਲੀ ਗੱਲ ਹੋ ਗਈ। ਇਹ ਜਿਹੜੀਆਂ ਟੈਂਪਰੇਰੀ ਫੇਜ਼ਸ ਨੇ, ਦੇਖੋ ਸਵੇਰੇ ਉੱਠ ਕੇ ਕਿਹੜਾ ਬੰਦਾ ਚਾਹ ਨਹੀਂ ਪੀਂਦਾ, ਕਿਉਂਕਿ ਅਸੀਂ ਚਾਹ ਦੇ ਉੱਤੇ ਲੱਗ ਗਏ ਹੋਏ ਹਾਂ ਜੀ। ਸਾਨੂੰ ਐਂ ਲੱਗਦਾ ਆ ਮੈਂ ਜ਼ਿੰਦਗੀ 'ਚ ਕਦੇ ਟੇਸਟ ਨਹੀਂ ਵੇਖਿਆ ਚਾਹ ਦਾ, ਮੈਨੂੰ ਤੇ ਕੁਝ ਨਹੀਂ ਫਰਕ ਪੈਂਦਾ। ਸੋ ਇਹ ਜਦੋਂ ਸਾਡੀ ਬਾਡੀ ਦੀ ਕੰਡੀਸ਼ਨਿੰਗ ਹੋ ਜਾਂਦੀ ਆ ਕਿ ਆਹ ਚੀਜ਼ ਸਾਨੂੰ ਨਹੀਂ ਮਿਲਦੀ, ਤੇ ਉਸ ਵੇਲੇ ਅਸੀਂ ਉਹਦੇ ਤੇ ਡਿਪੈਂਡ ਕਰਦੇ ਹਾਂ। ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਨਹੀਂ ਤੇ ਪੁਰਾਣੇ ਜ਼ਮਾਨੇ ਦੇ ਵਿੱਚ ਅਸੀਂ ਬਚਪਨ ਦੀ ਜੇ ਗੱਲ ਕਰੀਏ, ਮੈਂ ਆਪਣੇ ਬਚਪਨ ਦੀ ਗੱਲ ਕਰਾਂ ਤੇ ਅਸੀਂ ਤੇ ਚਾਹ ਪੀਣ ਵਾਲਿਆਂ ਨੂੰ ਮਜ਼ਾਕ ਕਰਦੇ ਹੁੰਦੇ ਸਾਂ, ਚਾਹ ਪੀਣ ਵਾਲਿਆਂ ਨੂੰ ਅਮਲੀ ਕਹਿੰਦੇ ਹੁੰਦੇ ਸਾਂ। ਮੈਨੂੰ ਅਜੇ ਵੀ ਯਾਦ ਹੈ ਕਿ ਗਾਣੇ ਬੜੇ ਪ੍ਰਚਲਿਤ ਹੁੰਦੇ ਸੀ, ਜਿਹੜੇ ਚਾਹ ਦੇ ਸ਼ੌਕੀਨ ਵੇਚ ਬਹਿੰਦੇ ਨੇ ਜ਼ਮੀਨ, ਸਣੇ ਤੂਤ ਟਾਲੀਆਂ ਕਿੱਥੋਂ ਪੇਸ਼ ਪੈ ਗਈਆਂ ਨੇ ਚਾਹ ਦੀਆਂ ਪਿਆਲੀਆਂ, ਚਾਹ ਦੇ ਪਿਆਰੇ ਵੇਚ ਬਹਿੰਦੇ ਨੇ ਚਬਾਰੇ, ਸਣੇ ਬੂਹੇ ਬਾਰੀਆਂ ਕਿੱਥੋਂ ਪੈ ਗਈਆਂ ਨੇ ਚਾਹ ਦੀਆਂ ਪਿਆਲੀਆਂ। ਉਸ ਵੇਲੇ ਇਹਨੂੰ ਚੰਗਾ ਨਹੀਂ ਸੀ ਸਮਝਿਆ ਜਾਂਦਾ, ਪਰ ਹੌਲੀ ਹੌਲੀ ਉਸ ਵੇਲੇ ਮਜ਼ਾਕ ਕਰਦੇ ਹੁੰਦੇ ਸੀ ਕਿ ਲਓ ਜੀ ਘਰੋਂ ਦੁੱਧ ਵੇਚ ਕੇ ਤੇ ਉੱਥੋਂ ਚਾਹ ਪੱਤੀ ਲੈ ਆਉਂਦੇ ਜਾਂ ਡੰਗਰਾਂ ਦੀ ਖੱਲ ਲੈ ਆਉਂਦੇ ਆ। ਸੋ ਕਿਸ ਤਰ੍ਹਾਂ ਅਸੀਂ ਦੁੱਧ ਨੂੰ ਕਨਵਰਟ ਕਰਕੇ ਚਾਹ, ਇਹਦੇ ਪਿੱਛੇ ਵੀ ਇੱਕ ਬਹੁਤ ਵੱਡਾ ਇਹਦੀ ਚਾਲ ਹੈ ਇੱਕ। ਮੈਂ ਉਸ ਚਾਲ ਨੂੰ ਹੁਣ ਨਹੀਂ ਡਿਸਕਸ ਕਰਾਂਗਾ ਕਿ ਕਿਸ ਤਰ੍ਹਾਂ ਅਸੀਂ ਦੁੱਧ, ਦਹੀਂ, ਮੱਖਣਾ ਤੋਂ ਅਸੀਂ ਕਿਸ ਤਰੀਕੇ ਦੇ ਨਾਲ ਚਾਹ ਦੀਆਂ ਪਿਆਲੀਆਂ ਤੇ ਆ ਗਏ। ਇਹ ਸਾਡਾ ਇੱਕ ਵਿਰਾਸਤ ਦੇ ਵਿੱਚ ਕਈ ਕਮੀਆਂ ਰਹਿ ਗਈਆਂ। ਸੋ ਕਿਵੇਂ ਸਾਡੀ ਵਿਰਾਸਤ ਬਦਲ ਕੇ ਉਹ ਚਾਹ ਦੇ ਪਿਆਲੇ ਤੱਕ ਪਹੁੰਚ ਗਈ ਹੈ। ਸੋ ਮੈਂ ਚਾਹ ਪੀਣ ਵਾਲਿਆਂ ਨੂੰ ਬੁਰਾ ਨਹੀਂ ਕਹਿੰਦਾ, ਕਿਉਂਕਿ ਹੌਟ ਕੋਈ ਵੀ ਚੀਜ਼ ਲਓਗੇ ਉਹ ਸਟਿਮੂਲੇਸ਼ਨ ਦਿੰਦੀ ਹੈ, ਇਹਦੇ ਵਿੱਚ ਕੈਫੀਨ ਹੁੰਦੀ ਹੈ, ਸਾਨੂੰ ਸਟਿਮੂਲੇਸ਼ਨ ਦਿੰਦੀ ਹੈ। ਪਰ ਇਹ ਜਿਹੜੀ ਤੇਜ਼ਾਬੀ ਮਾਦੇ ਦੀ ਪ੍ਰੋਬਲਮ ਹੈ, ਇਹ ਹਰ ਕਿਸੇ ਦੀ ਪ੍ਰੋਬਲਮ ਨਹੀਂ ਹੈ। ਜਿੱਥੇ ਕਿਤੇ ਪ੍ਰੋਬਲਮ ਹੈ ਉਹਨਾਂ ਨੂੰ ਰਿਸਟ੍ਰੇਨ ਕਰਨਾ ਚਾਹੀਦਾ ਹੈ, ਉਹਨਾਂ ਨੂੰ ਇਹਦੇ ਤੋਂ ਬਚਾਅ ਕਰਨਾ ਚਾਹੀਦਾ। ਬਾਕੀ ਜਿਨ੍ਹਾਂ ਨੂੰ ਸੂਟ ਕਰਦਾ ਉਹ ਪੀ ਸਕਦੇ ਨੇ ਜੀ। ਬਿਲਕੁਲ ਜੀ। ਡਾਕਟਰ ਸਾਹਿਬ, ਤੁਸੀਂ ਸਿਰ ਦੀ ਗੱਲ ਕੀਤੀ ਤੇ ਸਿਰ ਤੋਂ ਬਾਅਦ ਆਈਏ ਮੋਢਿਆਂ ਤੇ। ਅੱਜ ਕੱਲ੍ਹ ਬੜਾ ਆਮ ਸੁਣਨ ਨੂੰ ਮਿਲਦਾ ਵੀ ਫਲਾਨਾ ਬੰਦਾ ਨਾ ਯਾਰ ਚੰਗਾ ਭਲਾ ਸੀ, ਪਰ ਹੁਣ ਨਾ ਇੱਦਾਂ ਹੋ ਗਿਆ ਵੀ ਬਾਂਹ ਜਿਹੜੀ ਉਹ ਸਿਰ ਤੱਕ ਨਹੀਂ ਜਾਂਦੀ। ਫਿਰ ਡਾਕਟਰ ਸਾਹਿਬ ਨੂੰ ਖਾਇਆ, ਡਾਕਟਰ ਸਾਹਿਬ ਕਹਿੰਦੇ ਨੇ ਕਿ ਫਰੋਜ਼ਨ ਸ਼ੋਲਡਰ ਹੋ ਗਿਆ।
ਮਤਲਬ ਫਰੋਜ਼ਨ ਸ਼ੋਲਡਰ ਨੂੰ ਪੰਜਾਬੀ ਮੈਂ ਜਮ੍ਹਾਂ ਕਰ ਲਾਂ ਵੀ ਮੋਢਾ ਜੰਮ ਗਿਆ ਜਾਂ ਜਕੜਿਆ ਗਿਆ ਵੀ ਉਹ ਹਿਲਦਾ ਨਹੀਂ। ਇਹ ਇੱਦਾਂ ਕਿਉਂ ਵੀ ਸਾਰੀ ਉਮਰ ਚੰਗਾ ਭਲਾ ਮੋਢਾ ਚੱਲਦਾ, ਅਚਾਨਕ ਉਹ ਜੁੜ ਜਾਂਦਾ ਜਾਂ ਜਕੜ 'ਚ ਆ ਜਾਂਦਾ, ਇਹ ਕੀ ਬਿਮਾਰੀ ਹੈ ਜੀ? ਫਰੋਜ਼ਨ ਸ਼ੋਲਡਰ ਜਿਹੜਾ ਹੈ ਇਹ ਬਹੁਤ ਪ੍ਰਚਲਿਤ ਹੋਇਆ ਹੈ। ਇਹ ਕਿਸੇ ਨਾ ਕਿਸੇ ਮੋਰਬਿਡਿਟੀ, ਸਰੀਰ ਦੇ ਵਿੱਚ ਕੋਈ ਨਾ ਕੋਈ ਬਿਮਾਰੀ ਹੁੰਦੀ ਹੈ, ਚਾਹੇ ਉਹ ਆਟੋਇਮਿਊਨ ਹੋਵੇ, ਚਾਹੇ ਅਸੀਂ ਬਾਹਰੋਂ ਸਹੇੜੀ ਹੋਵੇ। ਜੇ ਕਿਤੇ ਯੂਰਿਕ ਐਸਿਡ ਵਧਿਆ ਤੇ ਲਗਾਤਾਰ ਵਧਿਆ ਰਿਹਾ, ਉਹਦੇ ਨਾਲ ਵੀ ਸਾਡੇ ਜੁਆਇੰਟਸ ਨੇ ਜਿਹੜੇ ਫਰੋਜ਼ਨ ਹੋ ਜਾਂਦੇ ਆ, ਉਹਦੇ 'ਚ ਸੂਜਨ ਆ ਜਾਂਦੀ ਹੈ। ਅਲਟੀਮੇਟਲੀ ਕਈ ਜਗ੍ਹਾ ਦੇ ਉੱਪਰ ਰੂਮੇਟੋਇਡ ਆਰਥਰਾਈਟਿਸ ਵਰਗੀਆਂ ਬਿਮਾਰੀਆਂ ਦੇ ਵਿੱਚ ਜਿਹੜੀਆਂ ਕਿ ਆਟੋਇਮਿਊਨ ਨੇ, ਕੈਲਸੀਫਿਕੇਸ਼ਨ ਹੋ ਜਾਂਦੀ ਹੈ। ਫਰੋਜ਼ਨ ਸ਼ੋਲਡਰ ਡਾਇਬੈਟਿਕ ਪੇਸ਼ੈਂਟਸ ਨੂੰ ਵੀ ਹੋ ਜਾਂਦਾ, ਫਰੋਜ਼ਨ ਸ਼ੋਲਡਰ ਥਾਇਰਾਇਡ ਵਾਲਿਆਂ ਨੂੰ ਵੀ ਹੋ ਜਾਂਦਾ। ਸੋ ਮੋਰਬਿਡਿਟੀ ਦਾ ਮਤਲਬ ਸਰੀਰ ਦੇ ਅੰਦਰ ਜਿਹੜੀਆਂ ਬਿਮਾਰੀਆਂ ਪਈਆਂ ਹੋਈਆਂ ਨੇ, ਜਿਨ੍ਹਾਂ ਦਾ ਅਸੀਂ ਲਗਾਤਾਰ ਇਲਾਜ ਕਰਦੇ ਹਾਂ ਔਰ ਉਹ ਦਵਾਈਆਂ ਅਸੀਂ ਸਾਰੀ ਉਮਰ ਤੱਕ ਲੈਣੀਆਂ ਹੁੰਦੀਆਂ ਨੇ। ਸੋ ਉਹਨਾਂ ਬਿਮਾਰੀਆਂ ਕਰਕੇ ਵੀ ਫਰੋਜ਼ਨ ਸ਼ੋਲਡਰ ਆ ਜਾਂਦਾ ਹੈ। ਪੱਗ ਨਹੀਂ ਵੱਜਦੀ, ਵਾਲ ਨਹੀਂ ਵਗਦੇ, ਬੀਬੀਆਂ ਦੇ ਗੁੱਤ ਨਹੀਂ ਕਰ ਸਕਦੇ, ਇਹ ਪ੍ਰੋਬਲਮ ਆਉਂਦੀ ਹੈ। ਇਹਨੂੰ ਅਸੀਂ ਮੋਢੇ ਦਾ ਜਕੜਿਆ ਹੋਇਆ ਕਹਿ ਸਕਦੇ ਹਾਂ, ਫਰੋਜ਼ਨ ਕਹਿ ਸਕਦੇ ਹਾਂ ਕਿ ਸਭ ਤੋਂ ਜ਼ਿਆਦਾ ਮੂਵਮੈਂਟ ਨੇ ਅਗਰ, ਤੇ ਉਹ ਸਾਡੇ ਸ਼ੋਲਡਰ ਦੀਆਂ ਨੇ। ਇਸ ਤੋਂ ਜ਼ਿਆਦਾ ਹੋਰ ਜੁਆਇੰਟਸ ਦੀਆਂ ਇੰਨੀਆਂ ਮੂਵਮੈਂਟ ਨਹੀਂ ਹੈਗੇ ਨੇ, ਦੂਸਰੇ ਜੁਆਇੰਟ ਵੀ, ਪਰ ਇਹ ਬਾਲ ਐਂਡ ਸੌਕਟ ਜਿਹੜਾ ਜੁਆਇੰਟ ਹੈ ਇਹਦੀਆਂ ਮੈਕਸੀਮਮ ਨੇ। ਇਹਦੇ 'ਚ ਫਲੈਕਸ਼ਨ ਵੀ ਆ, ਇਹਦੇ 'ਚ ਐਕਸਟੈਂਸ਼ਨ ਵੀ ਆ, ਇਹਦੇ 'ਚ ਸਰਕਮਡਕਸ਼ਨ ਵੀ ਆ, ਇਹਦੇ 'ਚ ਰੋਟੇਸ਼ਨ ਵੀ ਆ, ਇਹਦੇ 'ਚ ਅਡਕਸ਼ਨ ਵੀ ਆ, ਅਬਡਕਸ਼ਨ ਵੀ ਆ। ਹਰ ਮੂਵਮੈਂਟ ਜਿਹੜੀ ਆ ਉਹ ਇਸ ਜੋੜ 'ਚ ਹੈਗੀ ਹੈ। ਜੇ ਕਿਤੇ ਇਹਦੀ ਰੈਸਟ੍ਰਿਕਸ਼ਨ ਹੋ ਜੇ ਤੇ ਸਾਨੂੰ ਬੜੀ ਮੁਸ਼ਕਲ ਆ ਜਾਂਦੀ ਹੈ। ਸੋ ਅਸੀਂ ਕਰਨਾ ਕੀ ਹੈ? ਇੱਕ ਤੇ ਬਿਮਾਰੀ ਨੂੰ ਲੱਭ ਕੇ ਉਹਦੇ ਬਣਦੇ ਟੈਸਟ ਕਰਾ ਕੇ ਡਾਕਟਰ ਸਾਹਿਬਾਨ ਦੇ ਨਾਲ ਡਿਸਕਸ ਕਰਕੇ ਇਹਦਾ ਰੂਟ ਕਾਜ਼ ਲੱਭਿਆ ਜਾਏ ਤੇ ਉਹਨੂੰ ਦੂਰ ਕੀਤਾ ਜਾਏ। ਇਹ ਤੇ ਗੱਲ ਬਣਦੀ ਹੈ। ਦੂਸਰਾ, ਹੁਣ ਜੇ ਆ ਗਈ ਹੈ ਤੇ ਤੁਸੀਂ ਘਰੋਂ ਕੀ ਕਰ ਸਕਦੇ ਹੋ? ਯੈਸ, ਤੁਸੀਂ ਨੈਚੁਰੋਪੈਥ ਦੇ ਜਾਓਗੇ, ਤੁਸੀਂ ਫਿਜ਼ੀਕਲ ਮੈਡੀਸਨ ਵਾਲਿਆਂ ਦੇ, ਸਪੋਰਟਸ ਮੈਡੀਕਲ ਚਲੇ ਜਾਓਗੇ, ਫਿਜ਼ੀਓਥੈਰੇਪਿਸਟ ਕੋਲ ਚਲੇ ਜਾਓਗੇ, ਯੋਗਾ ਵਾਲੇ ਕੋਲ ਚਲੇ ਜਾਓਗੇ। ਯੈਸ, ਇਹ ਸਾਰੀਆਂ ਚੀਜ਼ਾਂ ਕੰਮ ਕਰਦੀਆਂ, ਇਹਦੇ 'ਚ ਕੋਈ ਦੋ ਰਾਏ ਨਹੀਂ। ਪਰ ਤੁਸੀਂ ਆਪਣੀ ਖੁਰਾਕ ਦੇ ਵਿੱਚ ਕੀ ਬਦਲਾਅ ਕਰੋਗੇ ਕਿ ਇਹ ਜਿਹੜਾ ਫਰੋਜ਼ਨ ਸ਼ੋਲਡਰ ਹੈ ਇਹਦੇ ਤੋਂ ਨਿਜਾਤ ਪਾ ਸਕੋ? ਇਹਦੇ 'ਚ ਪਹਿਲੀ ਗੱਲ ਆ ਕਿ ਜਿਹੜੀਆਂ ਵਾਈ ਤਸੀਰ ਦੀਆਂ ਚੀਜ਼ਾਂ ਨੇ, ਜਿਨ੍ਹਾਂ ਦਾ ਅਸੀਂ ਅਕਸਰ ਜ਼ਿਕਰ ਕਰਦੇ ਰਹਿੰਦੇ ਹਾਂ, ਚੌਲ, ਆਲੂ, ਮਾਂ, ਰਾਜਮਾ, ਕੜੀ, ਇਹ ਮੈਂ ਉਹਨਾਂ ਦੀ ਗੱਲ ਕਰਦਾ ਕਿਉਂਕਿ ਹੁਣੇ ਤੁਸੀਂ ਸਵਾਲ ਰੇਜ਼ ਕਰ ਦੇਣਾ ਹੈ ਕਿ ਫਿਰ ਤੇ ਖਾਣ ਨੂੰ ਕੁਝ ਨਹੀਂ ਰਹਿ ਗਿਆ। ਇਹ ਉਹਨਾਂ ਲੋਕਾਂ ਦੀ ਰੈਸਟ੍ਰਿਕਸ਼ਨ ਦੀ ਜ਼ਰੂਰਤ ਹੈ ਜਿਨ੍ਹਾਂ ਦੀ ਪ੍ਰੋਬਲਮ ਹੈ, ਬਾਕੀ ਖਾਣ ਰੱਜ ਕੇ, ਦੂਸਰਿਆਂ ਦਾ ਵੀ ਖਾਣ। ਸੋ ਇਸ ਕਰਕੇ ਵਾਈ ਚੀਜ਼ਾਂ ਦਾ ਪਰਹੇਜ਼ ਕਰਨਾ ਆ, ਜਿਹਦੇ ਵਿੱਚ ਮੈਂ ਲੰਬੀ ਫਹਿਰਿਸ਼ਤ ਜਿਹੜੀ ਆ ਉਹ ਹਮੇਸ਼ਾ ਪੋਰਟਰੇ ਕਰਦਾ ਆ, ਜਿਹਨੂੰ ਚੌਲ, ਆਲੂ, ਮਾਂ, ਰਾਜਮਾ, ਕੜੀ, ਚਿੱਟੇ ਛੋਲੇ, ਖਾਸ ਕਰਕੇ ਛੋਲਿਆਂ ਦੀ ਦਾਲ, ਫਿਰ ਬਈਆਂ ਦਾਲਾਂ, ਉਹਨਾਂ ਦਾ ਜਿਨ੍ਹਾਂ ਦਾ ਫਰੋਜ਼ਨ ਸ਼ੋਲਡਰ ਆ ਜਾਂ ਜਿਨ੍ਹਾਂ ਨੂੰ ਵਾਈ ਤੇ ਆਧਾਰਿਤ ਬਿਮਾਰੀਆਂ ਨੇ, ਉਹ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਨ। ਤੇ ਲੈਣਾ ਕੀ ਹੈ ਇਸ ਦੇ ਉਲਟ? ਉਹ ਹਰਾਰਤ ਵਾਲੀਆਂ, ਕਿਸੇ ਵੀ ਸਰੀਰ ਦੇ ਜੋੜ ਦੇ ਵਿੱਚ ਦਰਦ ਹੋਵੇ, ਸੂਜਨ ਹੋਵੇ, ਚਾਹੇ ਉਹਦਾ ਕਾਰਨ ਰੂਮੇਟੋਇਡ ਆਰਥਰਾਈਟਿਸ ਹੈ, ਚਾਹੇ ਉਹਦਾ ਕਾਰਨ ਓਸਟੀਓ ਆਰਥਰਾਈਟਿਸ ਹੈ, ਚਾਹੇ ਉਹਦਾ ਕਾਰਨ ਯੂਰਿਕ ਐਸਿਡ ਦਾ ਵਧਿਆ ਹੋਣਾ ਹੈ, ਚਾਹੇ ਉਹਦਾ ਕੋਈ ਵੀ ਕਾਰਨ ਹੈ। ਸੋ ਈਵਨ ਹੈਮੀਪਲੀਜੀਆ, ਪੈਰਾਪਲੀਜੀਆ, ਅਧਰੰਦ ਹੋ ਗਿਆ ਜਾਂ ਫੇਸ਼ੀਅਲ ਪਾਲਿਸੀ ਹੋ ਗਈ, ਜਦੋਂ ਮੂੰਹ ਟੇਢਾ ਵਿੰਗਾ ਹੋ ਜਾਂਦਾ ਹੈ। ਸੋ ਨਿਊਰੋਮਸਕੂਲਰ ਪ੍ਰੋਬਲਮਸ ਤੇ ਜੋੜਾਂ ਦੀਆਂ ਪ੍ਰੋਬਲਮਸ ਦੇ ਵਿੱਚ ਇੱਕੋ ਇੱਕ ਰਾਮਬਾਣ ਆ ਜਿਹਦੀ ਅਸੀਂ ਗੱਲ ਕਰਦੇ ਰਹਿੰਦੇ ਹਾਂ, ਉਹ ਹੈਗਾ ਤ੍ਰਿਕਟੂ ਜੀ। ਤੇ ਤ੍ਰਿਕਟੂ ਦੀਆਂ ਗੋਲੀਆਂ 2 ਸਵੇਰੇ, 2 ਦੁਪਹਿਰੇ, 2 ਸ਼ਾਮੀ ਮਸਟ ਹੈ, ਤੇ ਨਾਲ ਹਲਦੀ ਵਾਲਾ ਦੁੱਧ ਸਵੇਰੇ ਸ਼ਾਮ, ਅੱਧਾ ਚਮਚ ਛੋਟਾ ਤੱਤੇ ਦੁੱਧ 'ਚ ਹਿਲਾ ਕੇ ਹਲਦੀ ਸਵੇਰੇ ਸ਼ਾਮ ਪੀ ਲਓ ਤੇ ਤੁਸੀਂ ਵੇਖੋਗੇ ਕਿ 2-4 ਦਿਨਾਂ ਦੇ ਵਿੱਚ, ਹਫ਼ਤੇ ਦੇ ਵਿੱਚ ਤੁਹਾਨੂੰ ਰਿਲੀਫ ਹੋਣਾ ਸ਼ੁਰੂ ਹੋ ਗਿਆ। ਸੋ ਵਾਈ ਚੀਜ਼ਾਂ ਬੰਦ ਕਰਕੇ ਗਰਮ ਤਸੀਰ ਦੀਆਂ ਚੀਜ਼ਾਂ ਦੀ ਸ਼ਮੂਲੀਅਤ ਕਰਾਂਗੇ ਅਸੀਂ, ਤੇ ਉਹਦੇ ਨਾਲ ਸਾਨੂੰ ਇਨਫਲੇਮੇਟਰੀ ਜਿੰਨੀਆਂ ਵੀ ਡਿਜ਼ੀਜ਼ਸ ਨੇ ਸਾਡੇ ਸਰੀਰ ਦੇ ਵਿੱਚ, ਸੂਜਨ ਦੇ ਨਾਲ ਸੰਬੰਧਿਤ ਜਿੰਨੀਆਂ ਵੀ ਬਿਮਾਰੀਆਂ, ਉਹਨਾਂ ਸਾਰੀਆਂ ਨੂੰ ਰਾਹਤ ਮਿਲੇਗੀ। ਸੋ ਇਹ ਫਰੋਜ਼ਨ ਸ਼ੋਲਡਰ ਵਾਲਿਆਂ ਨੂੰ ਜ਼ਰੂਰ ਕਰ ਲੈਣਾ ਚਾਹੀਦਾ ਜੀ। ਡਾਕਟਰ ਸਾਹਿਬ, ਇਹ ਤ੍ਰਿਕਟੂ ਜਿਹੜੀਆਂ ਤੁਸੀਂ ਚੀਜ਼ਾਂ ਦੱਸਦੇ ਹੋ, ਇਹ ਕਈ ਵਾਰ ਕਿਸੇ ਲਈ ਉਹ ਬਣਾਉਣੀਆਂ ਮਤਲਬ ਮੁਸ਼ਕਲ ਹੁੰਦੀਆਂ ਨੇ, ਜਾਂ ਇੱਧਰ ਜੇ ਮੈਂ ਬਾਹਰ ਦੀ ਗੱਲ ਕਰਾਂ ਤਾਂ ਕਈ ਵਾਰ ਚੀਜ਼ਾਂ ਦੀ ਅਵੇਲੇਬਿਲਿਟੀ ਨਹੀਂ ਹੁੰਦੀ। ਇਹ ਸਵਾਲ ਹੀ ਸੀਗਾ ਪਰਿਵਾਰ ਦੇ ਕਿਸੇ ਮੈਂਬਰ ਦਾ ਵੀ ਕਈ ਕੰਪਨੀਆਂ ਨੇ ਜਿਹੜੀਆਂ ਤ੍ਰਿਕਟੂ ਦਾ ਚੂਰਨ ਜਾਂ ਤ੍ਰਿਕਟੂ ਦੀਆਂ ਟੈਬਲੇਟਸ ਦਿੰਦੀਆਂ ਨੇ,
ਉਹ ਵੀ ਲਈਆਂ ਜਾ ਸਕਦੀਆਂ ਜਾਂ ਇਹ ਆਪ ਬਣਾਉਣ 'ਚ ਹੀ ਫਾਇਦਾ ਜੀ? ਮੈਂ ਬਹੁਤ ਵਾਰੀ ਜ਼ਿਕਰ ਕੀਤਾ ਹੈ, ਜਦੋਂ ਅਸੀਂ ਆਮ ਆਪਣੇ ਭਾਈਚਾਰੇ ਦੇ ਵਿੱਚ ਗਰਮ ਮਸਾਲਾ ਬਣਾਉਣ ਦੀ ਗੱਲ ਕੀਤੀ ਸੀ, ਚਾਹ ਬਣਾਉਣ ਦੀ ਗੱਲ ਕੀਤੀ ਸੀ, ਕਿ ਇਸ ਵੇਲੇ ਸਭ ਤੋਂ ਵੱਡੀ ਤਰਾਸਦੀ ਹੈ ਕਿ ਤੁਹਾਨੂੰ ਸਾਬਤ ਚੀਜ਼ ਮਿਲਦੀ ਕੋਈ ਨਹੀਂ। ਜਦੋਂ ਅਸੀਂ ਉਹਨੂੰ ਤੋੜ ਦਿੰਨੇ ਆ, ਜਦੋਂ ਉਹਨੂੰ ਪੀਸ ਦਿੰਨੇ ਆ, ਉਹਦਾ ਜਿਹੜਾ ਫਰਟਾਈਲ ਸੈਗਮੈਂਟ ਆ, ਉਹਦੇ ਜਿਹੜੇ ਐਸੈਂਸ਼ੀਅਲ ਆਇਲਸ ਨੇ, ਉਹਦੀਆਂ ਜਿਹੜੀਆਂ ਅਰੋਮਾਜ਼ ਨੇ, ਜਿਹੜੀਆਂ ਸਾਡੇ ਸਰੀਰ ਦੇ ਅੰਦਰ ਕੰਮ ਕਰਦੀਆਂ, ਉਹ ਉੱਡ ਜਾਂਦੀਆਂ। ਸੋ ਇਸ ਕਰਕੇ ਆਪ ਬਣਾਉਣਾ ਲਾਹੇਵੰਦ ਹੈ ਤੇ ਕੁਝ ਵੀ ਨਹੀਂ ਹੈ। ਕਾਲੀ ਮਿਰਚ, ਮਗਾਂ ਤੇ ਸੁੰਡ ਹਰ ਥਾਂ ਤੋਂ ਮਿਲ ਜਾਂਦੀਆਂ। ਸੋ ਕੋਸ਼ਿਸ਼ ਕਰਨਾ ਅਸੀਂ ਬਣੀ ਚੀਜ਼ ਨੂੰ ਅਵੋਇਡ ਕਰਾਂਗੇ, ਆਪ ਬਣਾਵਾਂਗੇ ਤਾਜ਼ੀ, ਉਹ ਤੁਹਾਡੀ 10-15 ਦਿਨ ਚੱਲੇਗੀ। ਉਸ ਤੋਂ ਬਾਅਦ ਦੁਬਾਰਾ ਤੁਸੀਂ ਨਵੀਂ ਬਣਾ ਲਓ। ਹੈ ਤੇ 4 ਹੀ ਚੀਜ਼ਾਂ ਨੇ, ਕਾਲੀ ਮਿਰਚ ਆ, ਮਗਾਂ ਤੇ ਸੁੰਡ ਹੈ, ਤੇ ਦੂਸਰੇ ਪਾਸੇ ਮੁਨੱਕਾ ਆ, ਜਿਹੜਾ ਕਿ ਇੱਕ ਐਡਹਿਸਿਵ, ਇੱਕ ਗੂੰਦ ਦੀ ਤਰ੍ਹਾਂ ਕੰਮ ਕਰਦਾ ਹੈ। ਪਲੱਸ ਉਹ ਸਾਡੇ ਦਿਲ ਦਿਮਾਗ ਵਾਸਤੇ ਬਹੁਤ ਚੰਗਾ ਆ, ਸਾਡੇ ਡਾਈਜੈਸ਼ਨ ਵਾਸਤੇ ਬਹੁਤ ਚੰਗਾ ਆ, ਗਰਮ ਤਸੀਰ ਆ। 3 ਚੀਜ਼ਾਂ ਗਰਮ ਖੁਸ਼ਕ ਨੇ, ਕਾਲੀ ਮਿਰਚ, ਮਗਾਂ ਤੇ ਸੁੰਡ। ਚੌਥੀ ਗਰਮ ਮੁਨੱਕਾ ਹੈ, ਜਿਹੜਾ ਗਰਮ ਤਾਰਿਆ। ਕਿਉਂਕਿ ਇਹ ਇੱਕ ਬੜੀ ਵਿਡੰਬਨਾ ਆ, ਜੇ ਪੱਛਮ ਨੂੰ ਇਹਦੀ ਸਮਝ ਨਹੀਂ ਲੱਗੀ ਇਹ ਗਰਮ ਤੇ ਵਾਈ ਕੀ ਚੀਜ਼ ਹੁੰਦਾ ਹੈ, ਗਰਮ ਤੇ ਠੰਡਾ ਕੀ ਚੀਜ਼ ਹੁੰਦਾ ਹੈ। ਲੇਕਿਨ ਇਹ ਚਤੁਰੂਸ਼ਨ 4 ਗਰਮ ਚੀਜ਼ਾਂ ਦਾ ਸੁਮੇਲ ਬਣ ਜਾਂਦਾ। ਤ੍ਰਿਕਟੂ ਦੀਆਂ ਗੋਲੀਆਂ, ਇਹ ਆਪ ਬਣਾਇਆ ਹੀ ਫਾਇਦੇਮੰਦੀ ਹੈ। ਹਰ ਚੀਜ਼ ਗਰੋਸਰੀ ਸ਼ਾਪ ਤੋਂ ਸਾਬਤ ਖੜੇ ਮਸਾਲਿਆਂ 'ਚ ਮਿਲ ਜਾਂਦੀ ਹੈ। ਕਾਲੀ ਮਿਰਚ ਸਾਬਤ ਮਿਲਦੀ ਹੈ, ਮਗਾਂ ਸਾਬਤ ਮਿਲਦੀਆਂ ਆ, ਸੁੰਡ, ਡਰਾਈ ਜਿੰਜਰ, ਇਹ ਸਾਨੂੰ ਸਾਰੀਆਂ ਚੀਜ਼ਾਂ ਸਾਬਤ ਮਿਲ ਜਾਂਦੀਆਂ। ਮੁਨੱਕੇ, ਬਲੈਕ ਰੀਜ਼ਨਸ ਨੇ ਜਿਹੜੇ, ਉਹ ਸਾਨੂੰ ਮਿਲਦੇ ਨੇ। ਸੋ ਇਹਦੀ ਕਦੇ ਕੋਈ ਮੁਸ਼ਕਲ ਨਹੀਂ ਆਈ। ਸੋ ਮੈਂ ਇਹ ਕਹਾਂਗਾ ਕਿ ਪ੍ਰੈਫਰੈਂਸ ਇਹ ਹੋਣੀ ਚਾਹੀਦੀ ਹੈ ਕਿ ਹਰ ਚੀਜ਼ ਆਪ ਘਰ 'ਚ ਬਣਾਈ ਜਾਵੇ ਜਦੋਂ ਹੋਮ ਰੈਮੇਡੀਜ਼ ਦੀ ਗੱਲ ਕਰਦੇ। ਬਿਲਕੁਲ ਠੀਕ। ਡਾਕਟਰ ਸਾਹਿਬ, ਇੱਕ ਸਵਾਲ ਸੀਗਾ ਕਿ ਵੀ ਅੱਜ ਕੱਲ੍ਹ ਪਤਾ ਨਹੀਂ ਹੈ ਤਾਂ ਰੇਅਰ ਬਿਮਾਰੀ ਪਰ ਹੁੰਦੀ ਹੈ, ਉਹ ਇਹ ਹੈ ਕਿ ਵੀ ਮਾਸਪੇਸ਼ੀਆਂ, ਮਸਲਸ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਉਹਨਾਂ ਦੀ ਕਮਜ਼ੋਰੀ ਆਉਣ ਲੱਗ ਜਾਂਦੀ ਹੈ ਕਿ ਮਸਲਸ ਕਮਜ਼ੋਰ ਹੋ ਗਏ, ਬੰਦੇ ਦੇ ਸਰੀਰ 'ਚ ਆਸਰਾ ਨਹੀਂ ਰਿਹਾ। ਕਈਆਂ ਦੇ ਕੁਝ ਬੋਡੀ ਪਾਰਟਸ ਦੇ ਵਿੱਚ ਪ੍ਰੋਬਲਮ ਆਉਂਦੀ, ਕਈਆਂ ਦੇ ਪੂਰੇ ਸਰੀਰ 'ਚ ਆ ਜਾਂਦੀ ਹੈ। ਇਹ ਜਿਹੜੇ ਮਸਲ ਵੀਕ ਹੁੰਦੇ ਨੇ, ਇਹ ਕੋਈ ਬਿਮਾਰੀ ਹੈ ਜਾਂ ਇਹ ਵੈਸੇ ਹੀ ਕਹਿ ਲਓ ਕਿ ਵੀ ਜਦੋਂ ਆਪਾਂ ਕਿਸੇ ਚੀਜ਼ ਨੂੰ ਵਰਤਣਾ ਹੀ ਨਹੀਂ ਤੇ ਫਿਰ ਅਗਲੀ ਨੂੰ ਜੰਗਾਲ ਤਾਂ ਲੱਗਣਾ ਹੀ ਹੈ? ਨਾਰਮਲ ਦਿਨਚਰਿਆ ਜਿਹੜਾ ਹੈਗਾ, ਰੋਜ਼ਮਰਾ ਕੰਮ ਕਰਦੇ ਆ, ਹਰ ਬੰਦਾ ਆਪਣੇ ਸਰੀਰ ਨੂੰ ਹੈਡ ਟੂ ਟੋ, ਟੋ ਟੂ ਹੈਡ ਯੂਜ਼ ਕਰਦਾ। ਲੇਕਿਨ ਜਦੋਂ ਇਹ ਮਸਲਸ ਦਾ ਵੋਲੀਅਮ ਘਟਣਾ ਸ਼ੁਰੂ ਹੋ ਜਾਂਦਾ ਹੈ, ਡਿਸਟ੍ਰੋਫੀ ਆ ਜਾਂਦੀ ਹੈ, ਜਦੋਂ ਮਸਲ ਛੋਟੇ ਹੋਣੇ ਸ਼ੁਰੂ ਹੋ ਜਾਂਦੇ, ਸਕਵੀਜ਼, ਇਹ ਬਹੁਤ ਵਾਰੀ ਆਟੋਇਮਿਊਨ ਡਿਜ਼ੀਜ਼ ਹੈ। ਜਦੋਂ ਸਰੀਰ ਦੇ ਵਿੱਚ ਕੰਟਰੋਲ ਕਰਨ ਵਾਲਾ ਜਿਹੜੀ ਗਵਰਨਿੰਗ ਕਾਉਂਸਲ ਹੈ, ਉਹ ਤਾਂ ਸਾਡੇ ਹੈਡ 'ਚ ਹੈ, ਉੱਥੇ ਪ੍ਰੋਬਲਮ ਆ ਜਾਂਦੀ ਹੈ। ਇਹਨੂੰ ਆਟੋਇਮਿਊਨ, ਆਪਣਾ ਸਰੀਰ ਆਪਣੇ ਆਪ ਨੂੰ ਆਪ ਹੀ ਕਮਜ਼ੋਰ ਕਰ ਰਿਹਾ ਹੈ। ਸੋ ਇਹ ਇੱਕ ਸਮਝਣ ਦੀ ਗੱਲ ਹੈ। ਲੇਕਿਨ ਜਿਹੜੇ ਲੋਕ ਇਸ ਬਿਮਾਰੀ ਤੋਂ ਪੀੜਤ ਨਹੀਂ, ਜਿਹੜੀ ਕਿ ਆਟੋਇਮਿਊਨ ਜਿਹਦਾ ਆਧਾਰ ਹੈ, ਕਿ ਵੈਸੇ ਤੁਸੀਂ ਘਰ ਰਹਿੰਦੇ ਹੋ, ਜਦੋਂ ਤੁਸੀਂ ਐਕਟੀਵਿਟੀ ਨਹੀਂ ਕਰਦੇ, ਐਕਸਰਸਾਈਜ਼ ਨਹੀਂ ਕਰਦੇ, ਬਾਹਰ ਨਹੀਂ ਕਹਿੰਦੇ, ਦਿਮਾਗੀ ਉਲਝਣਾਂ ਦੇ ਵਿੱਚ ਪੈ ਕੇ ਸੋਚ ਵਿਚਾਰ 'ਚ ਪਏ ਰਹਿੰਦੇ ਹੋ, ਉਸ ਵੇਲੇ ਕਈ ਵਾਰੀ ਮਸਲ ਵੋਲੀਅਮ ਘਟ ਜਾਂਦਾ। ਕਿਉਂਕਿ ਬਾਇਓਲੋਜੀਕਲ ਲਾਜ਼ ਨੇ, ਲਾ ਆਫ ਯੂਜ਼ ਹੈ, ਲਾ ਆਫ ਮਿਸਯੂਜ਼ ਹੈ, ਲਾ ਆਫ ਓਵਰਯੂਜ਼ ਹੈ। ਇਹ ਬਾਇਓਲੋਜੀਕਲ ਲਾਜ਼ ਨੇ। ਜਿੰਨਾ ਅਸੀਂ ਸਰੀਰ ਨੂੰ ਵਰਤਾਂਗੇ, ਉਨਾ ਇਹਦਾ ਵੋਲੀਅਮ ਔਰ ਇਹਦੀ ਤਾਕਤ ਬੈਟਰ ਹੋਏਗੀ। ਜਿੰਨਾ ਅਸੀਂ ਨਹੀਂ ਯੂਜ਼ ਕਰਾਂਗੇ, ਇਹ ਛੋਟੇ ਹੋ ਜਾਣਗੇ, ਸਕਵੀਜ਼ ਕਰ ਜਾਣਗੇ। ਇਹ ਇੱਕ ਨਾਰਮਲ ਫੈਨੋਮੀਨਾ ਹੈ। ਲੇਕਿਨ ਅਸੀਂ ਜਦੋਂ ਮਿਸਯੂਜ਼ ਕਰਦੇ ਹਾਂ, ਚੀਜ਼ ਬਣੀ ਕਿਸੇ ਹੋਰ ਵਾਸਤੇ ਹੈ, ਵਰਤੋਂ ਉਹਦੀ ਕੋਈ ਹੋਰ ਕਰ ਰਹੇ ਹਾਂ, ਉਲਟੀ ਵਰਤੋਂ, ਮਿਸਯੂਜ਼ ਕਰ ਰਹੇ ਹਾਂ, ਉਸ ਵੇਲੇ ਵੀ ਸਾਡੇ ਸਰੀਰ ਦਾ ਨੁਕਸਾਨ ਹੁੰਦਾ ਹੈ। ਲੇਕਿਨ ਜਦੋਂ ਵੀ ਸਾਡੀ ਬਾਡੀ ਸਕਵੀਜ਼ ਕਰਦੀ ਹੈ, ਉਹਦੇ ਕਾਰਨ ਤਾਂ ਲੱਭਣੇ ਪੈਣਗੇ, ਪਿਨ ਪੁਆਇੰਟ ਕਰਨੇ ਪੈਣਗੇ, ਉਹਦਾ ਇਲਾਜ ਤਾਂ ਹੀ ਕਰ ਸਕਾਂਗੇ। ਚਾਹੇ ਉਹ ਆਟੋਇਮਿਊਨ ਡਿਜ਼ੀਜ਼ ਹੋਵੇ, ਚਾਹੇ ਉਹ ਮਿਸਯੂਜ਼ ਜਾਂ ਅਨਯੂਜ਼ ਕਰਕੇ ਹੋਵੇ। ਲੇਕਿਨ ਇੱਕ ਤੇ ਕੰਮ ਕਰ ਸਕਦੇ ਹਾਂ ਕਿ ਐਕਸਰਸਾਈਜ਼ ਇਜ਼ ਦਾ ਬੇਸਿਕ ਐਂਡ ਪ੍ਰਾਇਮਰੀ ਮੈਡੀਸਨ। ਸਾਨੂੰ ਹੈਡ ਟੂ ਟੋ ਐਕਸਰਸਾਈਜ਼ ਜ਼ਰੂਰ ਕਰਨੀਆਂ ਚਾਹੀਦੀਆਂ, ਚਾਹੇ ਉਹ ਕੈਲਿਸਥੈਨਿਕਸ ਹੈ, ਜਿਹੜੀ ਅਸੀਂ ਸਕੂਲੇ ਪੀਟੀ ਮਾਸਟਰ ਕਰਾਉਂਦਾ ਸੀਗਾ, ਚਾਹੇ ਉਹ ਰਨਿੰਗ ਹੈ, ਚਾਹੇ ਉਹ ਜੋਗਿੰਗ ਹੈ, ਚਾਹੇ ਉਹ ਕੋਈ ਜਿਮ ਕਰਨ ਵਾਲਾ, ਚਾਹੇ ਉਹ ਸਾਈਕਲ ਕਰਦਾ, ਚਾਹੇ ਉਹ ਯੋਗਾ ਕਰਦਾ ਹੈ, ਉਹ ਕੁਛ ਵੀ ਕਰਦਾ ਹੈ, ਸਰੀਰ ਦੀ ਵਰਤੋਂ ਰੋਜ਼ਮਰਾ ਜ਼ਰੂਰ ਹੋਣੀ ਚਾਹੀਦੀ ਹੈ। ਪਲੱਸ ਜਿੱਥੇ ਵੀ ਕਿਤੇ ਨਿਊਰੋਮਸਕੂਲਰ ਪ੍ਰੋਬਲਮਸ ਹੋਣ ਜਾਂ ਮਸਕੂਲਰ ਪ੍ਰੋਬਲਮਸ ਹੋਣ,
ਚਾਹੇ ਉਹ ਸਕਵੀਜ਼ ਕਰਨ ਦੀਆਂ, ਚਾਹੇ ਉਹ ਸੂਜਨ ਦੀਆਂ ਨੇ, ਚਾਹੇ ਉਹ ਕਿਸੇ ਵੀ ਤਰੀਕੇ ਦੀ ਮੁਸ਼ਕਲ ਹੈ ਨਿਊਰੋਮਸਕੂਲਰ ਔਰ ਮਸਕੂਲਰ ਪ੍ਰੋਬਲਮ ਦੇ ਵਿੱਚ। ਆ ਜਿਹੜਾ ਮੈਂ ਹੁਣੇ ਤ੍ਰਿਕਟੂ ਦੀ ਗੱਲ ਕੀਤੀ ਹੈ, ਤੁਸੀਂ ਇੱਕ ਹਫ਼ਤਾ ਖਾਓਗੇ ਤੇ ਤੁਸੀਂ ਕਹੋਗੇ ਕਿ ਇਹ ਇੱਕ ਕੈਸੀ ਟੌਨਿਕ ਆ, ਆਲਟਰਨੇਟਿਵ ਆ, ਜਿਹੜਾ ਕਿ ਸਾਡੀਆਂ ਸਧਾਰਨ ਕੰਡੀਸ਼ਨਸ ਦੇ ਵਿੱਚ, ਸਧਾਰਨ ਅਵਸਥਾ ਦੇ ਵਿੱਚ ਇਹ ਬਹੁਤ ਵਧੀਆ ਸੋਲਿਊਸ਼ਨ ਹੈ। ਸੋ ਕਸਰਤ ਜ਼ਰੂਰ ਕਰੋ, ਹੱਸਣ ਖੇਡਣ, ਮਨ ਕਾ ਚਾਓ, ਇਹ ਬਾਬੇ ਦੀ ਦੱਸੀ ਹੋਈ ਦਵਾ ਆ। ਅਸੀਂ ਇਹਨੂੰ ਪ੍ਰੈਕਟਾਈਜ਼ ਨਹੀਂ ਕਰਦੇ, ਸੁਣਦੇ ਜ਼ਰੂਰ ਆ। ਗੁਰੂ ਘਰ ਜਾ ਕੇ ਡਾਲਰ ਵੀ ਮੱਥਾ ਟੇਕਦੇ ਆ, ਨਤਮਸਤਕ ਵੀ ਹੁੰਨੇ ਆ, ਨੱਕ ਵੀ ਰਗੜਨੇ, ਗੱਲ ਨਹੀਂ ਮੰਨਦੇ। ਬਾਬੇ ਨੇ ਕਿਹਾ ਆ ਹੱਸਣ ਖੇਡਣ, ਮਨ ਕਾ ਚਾਓ, ਖੁਸ਼ ਰਹਿਣਾ ਇਸ ਵੇਲੇ ਸਮੇਂ ਦੀ ਬਹੁਤ ਵੱਡੀ ਮੰਗ ਹੈ ਜੀ। ਇਹਦੇ ਤੇ ਇੱਕ ਵੱਖਰੀ ਟਾਕ ਹੋਣੀ ਚਾਹੀਦੀ ਹੈ। ਖੇਡਣਾ ਮੀਨਸ ਫਿਜ਼ੀਕਲ ਐਗਜ਼ਰਸ਼ਨ ਸਾਡੇ ਸਮੇਂ ਦੀ ਮੰਗ ਹੈ, ਕਿਉਂਕਿ ਇਸ ਵੇਲੇ ਸਾਡੀ ਇਮਿਊਨਿਟੀ ਤੇ ਬਹੁਤ ਵੱਡਾ ਇਨਵੇਸ਼ਨ ਆ। ਆਟੋਇਮਿਊਨਸ ਡਿਜ਼ੀਜ਼ਸ ਨੇ ਜਿਹੜੀਆਂ ਸੈਟ ਟੂ ਟੋ ਕਿੰਨੀਆਂ ਸਾਰੀਆਂ ਨੇ ਸਾਡੇ ਵਾਈਟਲ ਆਰਗਨਸ ਨੂੰ ਪੈ ਗਈਆਂ ਹੋਈਆਂ। ਸਾਨੂੰ ਬਹੁਤ ਜ਼ਰੂਰੀ ਆ ਐਂਟਰਟੇਨਮੈਂਟ, ਰੀਕ੍ਰੀਏਸ਼ਨ, ਅਮਿਊਜ਼ਮੈਂਟ, ਜਿਹੜੀ ਅਲਟੀਮੇਟ ਪਲੇਅਰ ਦਿੰਦੀਆਂ ਸਾਨੂੰ, ਉਹਨਾਂ ਦਾ ਗ੍ਰਹਿਣ ਕਰਨਾ ਉਹ ਬਹੁਤ ਜ਼ਰੂਰੀ ਹੈ। ਸੋ ਇੰਨਾ ਕੁ ਵੀ ਅਸੀਂ ਗੁਰਬਾਣੀ ਦੇ ਵਿੱਚੋਂ ਤੱਤ ਕੱਢ ਕੇ ਆਪਣੇ ਦਿਲ ਦਿਮਾਗ ਦੇ ਅੰਦਰ ਵਸਾ ਲਈਏ ਤੇ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਨਿਜਾਤ ਪਾ ਸਕਦੇ ਹਾਂ। ਬਿਲਕੁਲ। ਡਾਕਟਰ ਸਾਹਿਬ, ਆਹ ਜਿਹੜੀ ਤੁਸੀਂ ਗੱਲ ਕੀਤੀ ਨਾ ਵੀ ਹੱਸਣਾ ਖੇਡਣਾ, ਖੁਸ਼ ਰਹਿਣਾ ਜਾਂ ਪੋਜ਼ਿਟਿਵ ਰਹਿਣਾ, ਇਹ ਪਤਾ ਨਹੀਂ ਕਿਉਂ ਆਪਣੇ ਭਾਈਚਾਰੇ ਦੇ ਵਿੱਚ ਬੜੀ ਵੱਡੀ ਮੁਸ਼ਕਲ ਮੈਂ ਦੇਖੀ ਹੈ। ਇਹ ਚੇਂਜ ਹੋ ਸਕਦਾ ਵੀ ਮੈਨੂੰ ਪਹਿਲਾਂ ਉੱਧਰ ਮਹਿਸੂਸ ਨਹੀਂ ਸੀ ਹੁੰਦੀ, ਪਰ ਮੈਂ ਇੱਧਰ ਆ ਕੇ ਦੇਖੀ ਆ ਇੱਧਰਲੀ ਕਮਿਊਨਿਟੀ ਦੇ ਲੋਕ ਉਹ ਬਹੁਤੀ ਟੈਨਸ਼ਨ ਨਹੀਂ ਲੈਂਦੇ ਕਿਸੇ ਚੀਜ਼ ਦੀ। ਜੇ ਮੈਂ ਇਹਦੇ ਜੇ ਆਪਾਂ ਚੈਨਲ ਦੀ ਗੱਲ ਕਰੀਏ, ਹੁਣ ਮੇਰਾ ਕੰਮ ਖਬਰਾਂ ਵਾਲਾ ਵੀ ਹੈਗਾ, ਹੁਣ ਮੁਸ਼ਕਿਲ ਇਹ ਹੈ ਵੀ ਇੱਧਰ ਖਬਰਾਂ ਹੀ ਕੋਈ ਨਹੀਂ ਹੈਗੀਆਂ ਜੀ। ਇੱਧਰ ਨਾ ਲੋਕਾਂ ਨੂੰ ਕੋਈ ਲੈਣਾ ਨਾ ਦੇਣਾ, ਕਿਹੜਾ ਸਿਆਸਤਦਾਨ ਕੀ ਕਰੀ ਜਾਂਦਾ ਕੀ ਨਹੀਂ ਕਰੀ ਜਾਂਦਾ। ਅਗਲੇ ਕਹਿੰਦੇ ਵੀ ਠੀਕ ਹੈ ਯਾਰ, ਆਪਾਂ ਆਪਣੀ ਜ਼ਿੰਦਗੀ ਜੀਣੀ ਹੈ। ਪਰ ਇਹ ਖਾਸ ਕਰਕੇ ਸਾਡੇ ਭਾਈਚਾਰੇ 'ਚ ਇਹ ਬੜੀ ਪ੍ਰੋਬਲਮ ਹੈ ਵੀ ਆਪਾਂ ਨੂੰ ਕੰਨ ਰਸ ਬੜਾ, ਫਲਾਣੇ ਲੀਡਰ ਨੇ ਕੀ ਕਿਹਾ, ਢੀਂਗੜੇ ਥਾਂ ਤੋਂ ਨੈਗੇਟਿਵਿਟੀ ਕਿੱਦਾਂ ਲੱਭੀਏ, ਇੱਥੋਂ ਨੈਗੇਟਿਵਿਟੀ ਕਿੱਦਾਂ ਲੱਭੀਏ। ਐਂਡ ਉਹ ਅਸੀਂ ਖੁਦ ਇਹ ਚੀਜ਼ ਕਈ ਵਾਰ ਮਹਿਸੂਸ ਕਰਦੇ ਹੁੰਦੇ ਹਾਂ ਕਿ ਜੇ ਸੋਸ਼ਲ ਮੀਡੀਆ ਦੇ ਉੱਪਰ ਅਸੀਂ ਕਿਤੇ ਕੋਈ ਨੈਗੇਟਿਵ ਚੀਜ਼ ਦੇਖ ਲਈਏ ਤੇ ਉਹਦੇ ਵਿਊਜ਼ ਲੱਖਾਂ ਦੀ ਗਿਣਤੀ 'ਚ ਹੁੰਦੇ ਆ। ਉਹ ਹੋ ਆਹ ਕਿੱਦਾਂ ਹੋ ਗਿਆ। ਜੇ ਕੋਈ ਚੰਗੀ ਚੀਜ਼ ਹੋਵੇ ਤੇ ਉਹਦੇ ਵੱਲ ਧਿਆਨ ਨਹੀਂ ਜਾਂਦਾ, ਲੈ ਇਹਦੇ 'ਚੋਂ ਕੀ ਲੈਣਾ ਦੇਣਾ ਯਾਰ। ਇਹ ਇੱਕ ਕੋਈ ਖਾਸ ਕਾਰਨ ਹੈ ਜਿਹਦਾ ਕਰਕੇ ਆਪਾਂ ਨੈਗੇਟਿਵਿਟੀ ਵੱਲ ਅਟਰੈਕਟ ਹੁੰਦੇ ਹਾਂ, ਜਾਂ ਫਿਰ ਇਹ ਹਿਊਮਨ ਨੇਚਰ ਹੀ ਹੈ ਵੀ ਨੈਗੇਟਿਵਿਟੀ ਵੱਲ ਜ਼ਿਆਦਾ ਜਾਂਦੇ ਆਪਾਂ? ਹਿਊਮਨ ਨੇਚਰ ਨਹੀਂ ਕਹਿ ਸਕਦੇ, ਕਿਉਂਕਿ ਤੁਹਾਡਾ ਤਾਂ ਮਲਟੀਰੇਸ਼ੀਅਲ ਨੇਸ਼ਨ ਹੈਗੀ ਆ, ਬਹੁਤ ਦੁਨੀਆ ਦੇ ਕੋਨੇ-ਕੋਨੇ ਤੋਂ ਲੋਕ ਆ ਕੇ ਵਸੇ ਹੋਏ ਨੇ, ਇਕੱਠੇ ਰਹਿੰਦੇ ਨੇ। ਇਹ ਸਾਡੇ ਭਾਈਚਾਰੇ ਦੇ ਵਿੱਚ ਕੁਝ ਬਚਪਨ ਦੇ ਵਿੱਚ ਅਸੀਂ ਇਹੋ ਜਿਹੇ ਸ਼ੌਕ ਪੈਦਾ ਕਰਤੇ, ਇਹੋ ਜਿਹੇ ਝੁਕਾਅ ਪੈਦਾ ਕਰਤੇ, ਇਹੋ ਜਿਹੇ ਪਾਸੇ ਸਾਨੂੰ ਰਸ ਮਿਲਦਾ ਹੈ, ਚਾਹੇ ਕੰਨਾਂ ਨੂੰ ਮਿਲਦਾ ਹੋਵੇ ਚਾਹੇ ਅੱਖਾਂ ਨੂੰ ਮਿਲਦਾ ਹੋਵੇ। ਉਹ ਰਸ ਜਿਹੜਾ ਆ ਅਸੀਂ ਪ੍ਰੋਪਰ ਆਪਣੀ ਐਜੂਕੇਸ਼ਨ ਸਿਸਟਮ ਨੂੰ ਸੇਧ ਨਹੀਂ ਦੇ ਸਕੇ। ਅਸੀਂ ਲੋਕਾਂ ਦੇ ਵਿੱਚ ਉਸਾਰੂ ਸੋਚ ਪੈਦਾ ਕਰ ਹੀ ਨਹੀਂ ਸਕੇ। ਅਸੀਂ ਲੋਕਾਂ ਦੇ ਵਿੱਚ ਪੋਜ਼ਿਟਿਵ ਮੈਂਟਲ ਐਟੀਟਿਊਡ ਪੈਦਾ ਹੀ ਨਹੀਂ ਕਰ ਸਕੇ। ਉਹਦੀ ਸਾਨੂੰ ਸਮਝ ਨਹੀਂ ਹੈ ਕਿ ਹਮੇਸ਼ਾ ਅਸੀਂ ਉਸਾਰੂ ਚੀਜ਼ਾਂ ਨੂੰ ਵੇਖਣਾ ਹੁੰਦਾ ਹੈ। ਮੈਂ ਤੁਹਾਨੂੰ ਇਹ ਵੀ ਇੱਕ ਦੱਸਾਂ, ਤੁਸੀਂ ਵੈਨਕੂਵਰ 'ਚ ਰਹਿੰਦੇ ਹੋ, ਵੈਨਕੂਵਰ ਆਈਲੈਂਡਸ ਦੇ ਵਿੱਚ ਸਾਡਾ ਭਾਈਚਾਰਾ ਬਹੁਤ ਹੈ, ਪਰ ਇਹ ਪੱਕੀ ਗੱਲ ਆ, ਮੈਥੋਂ ਲਿਖਾ ਲਓ, ਮੈਂ ਸਨਦ ਦੇ ਦਿੰਦਾ, 20 ਤੋਂ 30% ਲੋਕ ਤੁਹਾਡੇ ਕੋਲ ਇਹ ਜਿਹੇ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਬੀਚਿਸ ਕੀ ਨੇ ਤੇ ਅਸੀਂ ਸਮੁੰਦਰ ਕਿਨਾਰੇ ਰਹਿੰਦੇ। ਸੋ ਅਸੀਂ ਸੈਟਰਡੇ ਸੰਡੇ ਨੂੰ, ਜਦੋਂ ਕਿ ਅਸੀਂ ਲੇਅਰ ਦੇ ਵਿੱਚ ਪਲੇਅਰ ਲੈਣਾ ਹੁੰਦਾ ਹੈ, ਜਦੋਂ ਅਸੀਂ ਪਰਿਵਾਰ ਦੇ ਵਿੱਚ ਬਹਿ ਕੇ ਦੁੱਖ ਸੁੱਖ ਸਾਂਝੇ ਕਰਨੇ ਹੁੰਦੇ ਆ, ਉਸ ਵੇਲੇ 1.5 ਗੁਣਾ ਸੈਲਰੀ ਤੇ ਉਸ ਵੇਲੇ ਓਵਰ ਟਾਈਮ ਲਾਉਣ ਦੀ ਗੱਲ ਕਰ ਰਹੇ ਹੁੰਦੇ ਆ, ਕਿਉਂਕਿ ਅਸੀਂ ਉਸ ਗੁਰਬਤ ਦੇ ਵਿੱਚੋਂ, ਉਸ ਭੁੱਖ ਦੇ ਵਿੱਚੋਂ, ਉਹਨਾਂ ਜ਼ਰੂਰਤਾਂ ਦੇ ਵਿੱਚੋਂ, ਉਹਨਾਂ ਮਜਬੂਰੀਆਂ ਦੇ ਵਿੱਚੋਂ ਵਿਦੇਸ਼ਾਂ ਦੀਆਂ ਧਰਤੀਆਂ ਤੇ ਪਹੁੰਚੇ, ਜਿੱਥੇ ਸਾਨੂੰ ਪੈਸੇ ਦੀ ਲਾਲਸਾ, ਪੈਸੇ ਦਾ ਲਾਲਚ, ਪੈਸੇ ਦੀ ਜ਼ਰੂਰਤ, ਅਸੀਂ ਆਪਣਾ ਆਪ ਨਹੀਂ ਪਾਲਦੇ। ਇੱਕ ਤੇ ਆਪਣਾ ਪਹਿਲਾ ਪਰਿਵਾਰ ਆ, ਮੇਰੇ ਬੱਚੇ, ਮੇਰੀ ਵਾਈਫ, ਉਹ ਮੇਰਾ ਪਹਿਲਾ ਪਰਿਵਾਰ ਆ। ਉਸ ਤੋਂ ਬਾਅਦ ਮੇਰੇ ਮਾਂ-ਬਾਪ ਨੇ, ਉਸ ਤੋਂ ਬਾਅਦ ਮੇਰੇ ਭੈਣ ਭਤੀਜੇ ਨੇ, ਉਸ ਤੋਂ ਮੇਰੇ ਪਿੱਛੇ ਪਏ, ਉਹ ਸਾਰਿਆਂ ਨੂੰ ਪਾਲਣ ਦੇ ਬਾਰੇ ਅਸੀਂ ਸੋਚਦੇ ਹਾਂ। 2 ਸਾਲਾਂ ਬਾਅਦ ਅਸੀਂ ਇੰਡੀਆ ਆਉਣਾ ਹੁੰਦਾ, ਚਲੋ ਆ ਤੇ ਵੱਖਰੀ ਗੱਲ ਹੈ, ਪੈਂਡੈਮਿਕ ਕਰਕੇ ਅਸੀਂ 2 ਸਾਲ ਪੈਸੇ ਜੋੜਦੇ ਰਹਿੰਦੇ ਹਾਂ। 4 ਟਿਕਟਾਂ ਲੈਣੀਆਂ ਹੁੰਦੀਆਂ, 2 ਬੱਚਿਆਂ ਦੀਆਂ, 2 ਆਪਣੀਆਂ।
ਸੋ ਉਹਦੇ ਤਹਿਤ ਅਸੀਂ ਆਉਣਾ ਆ। ਹੁਣ ਇੱਥੇ ਬੈਠੇ ਇਹ ਸੋਚਦੇ ਆ ਜੇ ਆਏ ਹੋ ਤੇ ਕੀ ਲੈ ਕੇ ਆਏ ਹੋ, ਜੇ ਹੁਣ ਚੱਲੇ ਹੋ ਤੇ ਕੀ ਦੇ ਕੇ ਚੱਲੇ ਹੋ। ਇਸ ਉਲਝਣ ਦੇ ਵਿੱਚ ਅਸੀਂ ਆਪਣੀਆਂ ਖੁਸ਼ੀਆਂ, ਆਪਣਾ ਲੇਅਰ, ਆਪਣਾ ਪਲੇਅਰ ਉਹ ਨਿਸ਼ਾਵਰ ਕੀਤਾ ਹੋਇਆ ਹੈ, ਉਹ ਅਸੀਂ ਸੈਕਰੀਫਾਈਸ ਕੀਤਾ ਹੋਇਆ ਹੈ ਕਿ ਅਸੀਂ ਆਪਣਿਆਂ ਨੂੰ ਸੁੱਖ ਆਰਾਮ ਕਿਵੇਂ ਦੇਣਾ ਹੈ। ਉੱਥੇ ਜਿੱਦਾਂ ਪੈਸਾ ਬਣਦਾ ਤੁਸੀਂ ਬਿਹਤਰ ਜਾਣਦੇ ਹੋ, ਮੈਂ ਕਮੈਂਟ ਨਹੀਂ ਕਰਨਾ। ਤੇ ਇੱਥੇ ਅਸੀਂ ਲਿਆ ਕੇ ਤੂੰ ਕਾਰ ਵੀ ਲੈ ਲੈ, ਤੂੰ ਕੋਠੀ ਵੀ ਨਵੀਂ ਪਾ, ਤੂੰ ਮੁੰਡੇ ਨੂੰ ਪਿੰਡ ਵਾਲੇ ਸਕੂਲ 'ਚੋਂ ਪਾਇਆ, ਤੂੰ ਸ਼ਹਿਰ ਵਾਲੇ ਸਕੂਲ 'ਚ ਪਾ ਜਿਹਦੀ ਸਭ ਤੋਂ ਵੱਡੀ ਫੀਸ ਹੈ। ਇਹ ਚੀਜ਼ਾਂ ਅਸੀਂ ਇੱਥੇ ਅੱਜ ਵੀ ਸਿਖਾ ਰਹੇ ਹਾਂ। ਅਸੀਂ ਜ਼ਿੰਦਗੀ ਦੀ ਅਸਲੀਅਤ ਤੋਂ ਪਰੇ ਹੋ ਕੇ ਸ਼ੋਅ ਆਫ ਦੇ ਵਿੱਚ, ਵਿਖਾਵੇ ਦੇ ਵਿੱਚ, ਤੁਹਾਡੇ ਕੋਲ ਵਿਖਾਵਾ ਕਿੰਨਾ ਕੁ ਪ੍ਰਚਲਿਤ ਹੈ ਉਹਦੇ ਬਾਰੇ ਮੈਂ ਕਮੈਂਟ ਨਹੀਂ ਕਰਨਾ। ਫਲਾਣੇ ਦੀ ਕਾਰ, ਫਲਾਣੇ ਦਾ ਘਰ, ਫਲਾਣੇ ਦੇ ਬੈੱਡ, ਫਲਾਣੇ ਦਾ ਫਰਨੀਚਰ ਇਮੀਟੇਟ ਕਰਨਾ, ਉਸ ਤੋਂ ਵਧੀਆ ਲੈ ਕੇ ਆਉਣਾ, ਉਸ ਤੋਂ ਚੰਗਾ ਲੈ ਕੇ ਆਉਣਾ। ਸੋ ਇਹਨਾਂ ਗੁੰਝਲਾਂ ਦੇ ਵਿੱਚੋਂ ਸਾਨੂੰ ਅਜੇ ਥੋੜਾ ਜਿਹਾ ਸਮਾਂ ਹੋਰ ਲੱਗਣਾ। ਵੈਸੇ ਨਿਕਲ ਗਿਆ, ਆਉਣ ਵਾਲੀਆਂ ਜਨਰੇਸ਼ਨਸ ਉਹਨਾਂ ਡਿਸਓਨ ਕਰਤਾ। ਤੁਹਾਡੇ ਬੱਚੇ ਅੱਗੋਂ ਉਹਨਾਂ ਦੇ ਬੱਚਿਆਂ ਨੇ ਸਾਰੇ ਕੁਝ ਨੂੰ ਡਿਸਓਨ ਕਰਤਾ ਹੈ। ਉਹ ਸੈਟਰਡੇ ਸੰਡੇ ਦਾ ਮਤਲਬ ਸਮਝਦੇ ਨੇ। ਉਹ ਆਪਣੀ ਜ਼ਿੰਦਗੀ ਨੂੰ ਕਿਸ ਤਰੀਕੇ ਦੇ ਨਾਲ ਇੰਜੋਏ ਕਰਨਾ ਹੈ, ਕਿਸ ਤਰੀਕੇ ਦੇ ਨਾਲ ਅਰਨ ਕਰਨਾ, ਕਿਸ ਤਰੀਕੇ ਦੇ ਨਾਲ ਜ਼ਿੰਦਗੀ ਨੂੰ ਆਪਣੀ ਸ਼ੈਲੀ ਦੇ ਮੁਤਾਬਿਕ ਢਾਲਣਾ ਹੈ, ਉਹ ਬਦਲ ਚੁੱਕੇ ਨੇ। ਪਰ ਹਾਂ, ਹੁਣ ਸਾਡੇ ਕੋਲ ਜਿਹੜੀਆਂ ਪੁਰਾਣੀਆਂ ਤੇ ਵਾਰਸਿਆਂ ਨੂੰ ਤਾਂ ਆਪਾਂ ਝੂਠੇ ਨਹੀਂ ਨਾ ਕਰਨਾ, ਜਿਹੜੀਆਂ ਆਦਤਾਂ ਬਣ ਚੁੱਕੀਆਂ ਹੋਈਆਂ ਨੇ ਉਹ ਨਾਲ ਹੀ ਨਿਭਣੀਆਂ ਜੀ। ਅੱਛਾ, ਨਹੀਂ ਆਪਾਂ ਇਹ ਗੱਲ ਤਾਂ ਡਿਸਕਸ ਕਰਨ ਲੱਗ ਪਏ, ਹੋ ਸਕਦਾ ਪਰਿਵਾਰ ਦੇ ਮੈਂਬਰ ਇਤਰਾਜ਼ ਕਰਨ ਵੀ ਉਹ ਤੁਸੀਂ ਗੱਲ ਤਾਂ ਸਿਹਤ ਦੀ ਕਰਨੀ ਸੀ, ਕਿੱਧਰ ਨੂੰ ਤੁਰ ਪਏ। ਪਰ ਇਹ ਵੀ ਤਾਂ ਇੱਕ ਤਰ੍ਹਾਂ ਦੀ ਸਿਹਤ ਦੀ ਗੱਲ ਹੈ। ਇੱਕ ਤਾਂ ਹੁੰਦੀ ਹੈ ਜੀ ਫਿਜ਼ੀਕਲ ਹੈਲਥ, ਇੱਕ ਹੁੰਦੀ ਮੈਂਟਲ ਹੈਲਥ, ਯਾਨੀ ਕਿ ਮਾਨਸਿਕ ਜਿਹੜੀ ਆਪਣੀ ਸਿਹਤ ਹੈ ਉਹ ਕਿੰਨੀ ਕੁ ਤੰਦਰੁਸਤ, ਆਪਾਂ ਮਾਨਸਿਕ ਤੌਰ 'ਤੇ ਕਿੰਨੇ ਕੁ ਤੰਦਰੁਸਤ ਹਾਂ। ਮੈਨੂੰ ਲੱਗਦਾ ਡਾਕਟਰ ਸਾਹਿਬ ਡਿਪਰੈਸ਼ਨ ਜਿਹੜਾ ਹੈ ਉਹ ਆਪਣੇ ਆਮ ਘਰਾਂ ਦੇ ਵਿੱਚ ਹੁਣ ਹੋ ਗਿਆ, ਅਤੇ ਬਹੁਤੀ ਵਾਰ ਤਾਂ ਪਤਾ ਵੀ ਨਹੀਂ ਲੱਗਦਾ ਕਿ ਵੀ ਇਹ ਜਿਹੜਾ ਪਰਿਵਾਰ ਦਾ ਮੈਂਬਰ ਹੈ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ। ਇਹਦੇ ਬਾਰੇ ਵੀ ਥੋੜ੍ਹਾ ਜਿਹਾ ਜ਼ਰੂਰ ਦੱਸੋ ਕਿ ਵੀ ਇਹ ਇਹਨਾਂ ਗੱਲਾਂ ਦੇ ਵਿੱਚੋਂ ਨਿਕਲ ਕੇ ਅੱਗੇ ਬਿਮਾਰੀ ਬਣਦੀ ਹੈ ਜਾਂ ਫਿਰ ਕੋਈ ਹੋਰ ਕਾਰਨ। ਉਦਾਸੀ ਜਿਹੜੀ ਹੈ ਔਰ ਉਦਾਸੀਨਤਾ, ਇਹਨੂੰ ਅਸੀਂ ਡਿਪਰੈਸ਼ਨ ਕਹਿੰਦੇ ਹਾਂ। ਬੰਦਾ ਚੁੱਪ ਰਹਿੰਦਾ ਹੈ, ਇਕੱਲਾ ਰਹਿਣਾ ਚਾਹੁੰਦਾ ਹੈ, ਉੱਚੀ ਰੇਡੀਓ ਨਾ ਲਾਓ, ਟੀਵੀ ਨਾ ਲਾਓ, ਨਿਆਣੇ ਰੌਲਾ ਪਾਉਂਦੇ ਆ। ਇਹ ਉਹਦੀਆਂ ਅਲਾਮਤਾਂ ਹੈ ਕਿ ਉਹ ਡਿਪਰੈਸ਼ਨ 'ਚ ਹੈ। ਉਹਦੀ ਨਿੱਜੀ ਸੋਚ ਹੈ ਉਹ ਹਮੇਸ਼ਾ ਢਹਿੰਦੇ ਵੱਲ ਨੂੰ ਜਾਂਦੀ ਹੈ, ਹਮੇਸ਼ਾ ਨੈਗੇਟਿਵ ਹੁੰਦੀ ਹੈ, ਕਦੇ ਵੀ ਪੋਜ਼ਿਟਿਵ ਨਹੀਂ ਹੁੰਦੀ। ਇਹ ਉਹਦਾ ਕਸੂਰ ਕੋਈ ਨਹੀਂ, ਉਹਦੇ ਪਿੱਛੇ 1000 ਕਾਰਨ ਨੇ ਜਿਨ੍ਹਾਂ ਨੂੰ ਸਮਝਣਾ ਪਏਗਾ, ਜਿਨ੍ਹਾਂ ਨੂੰ ਅੰਡਰਸਟੈਂਡ ਕਰਨਾ ਪਏਗਾ ਕਿ ਇਸ ਸਥਿਤੀ 'ਚ ਆਉਣ ਵਾਸਤੇ ਕਿਹੜੀਆਂ-ਕਿਹੜੀਆਂ ਚੀਜ਼ਾਂ, ਕਿਹੜੇ-ਕਿਹੜੇ ਕਾਰਨ ਨੇ। ਕਾਜ਼ ਐਂਡ ਇਫੈਕਟ ਥਿਊਰੀ ਦਾ ਹਮੇਸ਼ਾ ਜ਼ਿਕਰ ਕਰਦਾ ਹੈ ਕਿ ਜਿੰਨੀ ਦੇਰ ਤੱਕ ਅਸੀਂ ਕਾਜ਼ ਡਿਟਰਮਿਨ ਨਹੀਂ ਕਰਾਂਗੇ ਕੁਝ ਵੀ ਇਫੈਕਟਿਵ ਨਹੀਂ ਹੋਣਾ। ਤੋ ਇਹ ਜਿਹੜੇ ਉਦਾਸੀ ਵਾਲੇ ਤੇ ਉਦਾਸੀਨਤਾ ਵਾਲੇ ਨੇ, ਉਹਨਾਂ ਦੇ ਪਿੱਛੇ 1000 ਕਾਰਨ ਆ। ਉਹ ਉਹਨਾਂ ਦਾ ਫੈਮਿਲੀ ਸਟਰਕਚਰ ਹੋ ਸਕਦਾ ਹੈ, ਔਰਤ ਮਰਦ ਦੇ ਆਪਸ ਦੇ ਵਿੱਚ ਸੰਬੰਧ ਹੋ ਸਕਦੇ ਆ, ਬੱਚਿਆਂ ਦਾ ਕਈ ਤਰੀਕੇ ਦੇ ਨਾਲ ਨੈਗੇਟਿਵ ਭਾਰ ਹੋ ਸਕਦਾ ਹੈ, ਪਿੱਛੇ ਮਾਪਿਆਂ ਦੀਆਂ ਜ਼ਿੰਮੇਵਾਰੀਆਂ, ਪਿੱਛੇ 1000 ਕੰਮਾਂ ਦਾ, ਹੋਰ ਬਹੁਤ ਸਾਰੇ ਕਾਰਨ ਹੋ ਸਕਦੇ ਆ ਜਿਹਦੇ ਕਰਕੇ ਅਸੀਂ ਉਦਾਸੀ ਤੇ ਉਦਾਸੀਨਤਾ 'ਚ ਚਲੇ ਜਾਂਦੇ ਆ। ਮੈਂ ਸਮਝਣਾ ਕਿ ਅੱਜ ਦੇ ਦਿਨ 'ਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਉਦਾਸੀ ਆਉਣ ਨਹੀਂ ਦੇਣੀ। ਜਿਹੜਾ ਬੰਦਾ ਸਫਰਰ ਹੈ, ਉਹਦੇ ਜਿਹੜੇ ਆਲੇ ਦੁਆਲੇ ਲੋਕ ਨੇ, ਉਹ ਇਸ ਚੀਜ਼ ਦੀ ਜ਼ਿੰਮੇਵਾਰੀ ਆਪਣੇ ਸਿਰ ਤੇ ਚੁੱਕ ਲੈਣ, ਤੇ ਮੈਂ ਸਮਝਾਂਗਾ ਕਿ ਦੁਨੀਆ 'ਚ ਬਹੁਤ ਸਾਰੇ ਮਨੋਵਿਕਾਰ, ਮਨੇ ਰੋਗ ਤੇ ਅਗਲੀ ਸਟੇਜ ਹੈ, ਮਨੋਵਿਕਾਰ ਜਿਹੜੇ ਆ ਉਹ ਚਲੇ ਜਾਣਗੇ ਜੇ ਅਸੀਂ ਇਹ ਅਹਿਸਾਸ ਪਾਲਣਾ ਸ਼ੁਰੂ ਕਰ ਦਈਏ ਕਿ ਕਿਸੇ ਵੀ ਬੰਦੇ ਨੂੰ ਉਦਾਸ ਨਹੀਂ ਰਹਿਣ ਦੇਣਾ। ਇਸ ਵੇਲੇ ਹੱਸਦਾ ਕੌਣ ਆ? ਮੈਨੂੰ ਨਹੀਂ ਸਮਝ ਕੇ ਕੋਈ ਹੱਸਦਾ ਆ। ਉਹ ਕਿੱਥੇ ਗਏ ਹਾਸੇ? ਸੰਧਾਵਾਲੀਆ ਸਾਹਿਬ, ਹੱਸਦਿਆਂ ਲਮਲੇਟ ਹੋ ਜੀਦਾ ਸੀ ਜ਼ਮੀਨ ਤੇ, ਬੰਦਾ ਲਮਲੇਟ ਹੀ ਹੋ ਜਾਂਦਾ ਸੀ। ਢਿੱਡੀ ਪੀੜਾ, ਮੈਨੂੰ ਦੱਸੋ ਢਿੱਡ 'ਚ ਪੀੜ ਹੁੰਦੀ ਹੈ? ਖਾ ਕੇ ਢਿੱਡ 'ਚ ਪੀੜ ਹੁੰਦੀ ਹੈ, ਹਾਸੇ ਦੇ ਨਾਲ ਢਿੱਡ 'ਚ ਪੀੜ ਨਹੀਂ ਹੁੰਦੀ। ਜੇ ਸਾਡੇ ਕੋਲ ਸਮਾਈਲ ਹੈ ਤੇ ਉਹ ਸਾਡੇ ਕੋਲ ਫਾਰਮਲ ਸਮਾਈਲ ਹੈ। ਉਹ ਅਸੀਂ 에ਅਰ ਹੋਸਟਸ ਸਫ਼ਰ ਅਸੀਂ ਕਰਦੇ ਜਹਾਜ਼ਾਂ ਤੇ, ਜਿਹੋ ਜੀ 에ਅਰ ਹੋਸਟਸ ਦੀ ਹੁੰਦੀਆਂ ਵਿਰਾਸ਼ਾਂ ਖਿਲਾਰ ਲੈਣੀਆਂ, ਹੱਸਣਾ ਨਹੀਂ ਹੈ। ਸੋ ਆ ਜਿਹੜਾ ਹਾਸਾ ਤੁਸੀਂ ਹੱਸ ਰਹੇ ਹੋ, ਇਸ ਹਾਸੇ ਦੀ ਜ਼ਰੂਰਤ ਹੈ। ਇਹ ਮਾਹੌਲ ਪੈਦਾ ਕਰੀਏ ਕਿ ਕਿਸ ਤਰੀਕੇ ਦੇ ਨਾਲ ਖੜਾ ਕੇ ਇਹੋ ਜਿਹਾ ਹੱਸਣਾ ਕਿ ਲਮਲੇਟ ਹੋ ਜਾਣਾ, ਇਹੋ ਜਿਹਾ ਹੱਸਣਾ ਕਿ ਅਸੀਂ ਢਿੱਡ 'ਚ ਪੀੜ ਹੋ ਜਾਣੀ ਹੈ ਕਿ ਬਸ ਕਰ ਹੁਣ ਹੋਰ ਨਾ ਦੱਸੀ। ਸੋ ਘਰ ਦੇ ਵਿੱਚ ਬੇਸਿਕ ਚੀਜ਼ ਆ ਇਕੱਠੇ ਬੈਠਣਾ,
ਹਾਸਾ ਖੇਡਾ ਮਜ਼ਾਕ, ਇੱਕ ਦੂਸਰੇ ਦਾ ਦੁੱਖ ਸੁੱਖ ਸਾਂਝਾ ਕਰਨਾ, ਇੱਕ ਦੂਸਰੇ ਵਾਸਤੇ ਹਮਦਰਦੀ ਹੋਣੀ, ਦੌੜ ਕੇ ਭੱਜ ਕੇ ਪਾਪਾ ਆ ਤਾਂ ਜਾਣੇ ਦੌੜ ਕੇ ਬੂਹੇ ਤੇ ਚਲੇ ਜਾਣ, ਜੇ ਉਹ ਚੱਲਿਆ ਤੇ ਉੱਥੋਂ ਤੱਕ ਤੋਰਨ ਜਾਣ। ਇਸੇ ਤਰ੍ਹਾਂ ਬੀਬੀ ਦੀ ਗੱਲ ਹੋਏ, ਜੇ ਬਾਹਰੋਂ ਬੰਦਾ ਕੰਮ ਕਰਕੇ ਆ ਰਿਹਾ ਹੈ ਤੇ ਪਾਣੀ ਗਰਮ ਕਰਕੇ ਰੱਖੇ, ਲੈ ਭਈਆ ਮੈਂ ਤੇਰੇ ਵਾਸਤੇ ਹੀ ਪੈਰੇ ਦੇ ਵਿੱਚ ਪਾ ਲਾ। ਤੇ ਇਸੇ ਤਰ੍ਹਾਂ ਅੱਜ ਕੱਲ੍ਹ ਬੀਬੀਆਂ ਕੰਮ ਕਰਦੀਆਂ, ਤੇ ਜੇ ਬੰਦਾ ਘਰ ਆ ਤੇ ਉਹ ਵੀ ਕਿਤੇ ਪਾਣੀ ਗਰਮ ਕਰਕੇ ਬੀਬੀ ਨੂੰ ਦੇ ਦੂਗਾ ਕਿ ਆਹ ਲੈ ਮੈਂ ਤੇਰੇ ਵਾਸਤੇ, ਤੂੰ ਟਕੋਰ ਕਰ ਲੈ ਪੈਰਾਂ ਨੂੰ, 8 ਘੰਟੇ ਖੜੀ ਰਹੀ ਹੋਏਗੀ ਤੇ ਠੀਕ ਹੋ ਜਾਊਗਾ। ਤੇ ਕਿਤੇ ਉੱਥੋਂ 10 ਰੁਪਈਆਂ ਦਾ ਤੁਹਾਡੇ ਕੋਲ ਤੇ $1 ਦਾ ਗੁਲਾਬ ਦਾ ਫੁੱਲ ਮਿਲਿਆ, ਮੈਂ ਘਰ ਚੱਲਿਆ ਤੇ ਆ ਮੈਂ ਬੀਬੀ ਵਾਸਤੇ ਆ ਇੱਕ ਫੁੱਲ ਲੈ ਕੇ ਚੱਲਿਆ, ਦੇਖੋ ਤੁਸੀਂ ਉਹਦੀ ਖੁਸ਼ੀ ਕਿੰਨੀ ਬਣ ਜਾਂਦੀ ਹੈ। ਇਹ ਚੀਜ਼ਾਂ ਸਾਡੇ ਕੋਲ ਟੀਚ ਪ੍ਰੀਚ ਤੇ ਪ੍ਰੋਪਗੇਟ ਕਰਨ ਵਾਸਤੇ ਕੋਈ ਨਹੀਂ ਹੈਗਾ ਕਿ ਅਸੀਂ ਇੱਕ ਦੂਸਰੇ ਨੂੰ ਖੁਸ਼ ਕਿਵੇਂ ਕਰਨਾ, ਇੱਕ ਦੂਸਰੇ ਨੂੰ ਹਮਦਰਦੀ ਕਿਵੇਂ ਦੇਣੀ ਹੈ, ਇੱਕ ਦੂਸਰੇ ਤੇ ਪਲੇਅਰ ਕਿਵੇਂ ਦੇਣਾ ਹੈ। ਦਿਸ ਇਜ਼ ਅ ਰੈਸਿਪਰੋਕੇਸ਼ਨ। ਸੋ ਰੈਸਿਪਰੋਕੇਟ ਕਰਨਾ ਜੀ। ਬਿਲਕੁਲ ਠੀਕ ਤੁਸੀਂ ਇਹ ਡਾਕਟਰ ਸਾਹਿਬ ਗੱਲ ਕਰ ਰਹੇ ਹੋ, ਪਰ ਮੁਸ਼ਕਲ ਪਤਾ ਕੀ ਹੈ ਜੀ, ਬੰਦਾ ਇਹ ਸੋਚ ਲੈਂਦਾ ਵੀ $1 ਜੇ ਤੇ ਫੁੱਲ ਤੇ ਲਾਇਆ ਤੇ 60 ਦਾ ਗੁਲਾਬ ਦਾ ਫੁੱਲ ਪੈਣਾ, ਯਾਰ ਕਿਹੜੇ ਕੰਮ 'ਚ ਪਏ ਆ। ਮੈਂ ਤੁਹਾਡੇ ਨਾਲ 100% ਸਹਿਮਤ ਹਾਂ ਜੀ। ਇਹ ਸਾਡੇ ਜਦੋਂ ਅਸੀਂ ਮਲਟੀਪਲਾਈ ਕਰਨਾ ਛੱਡਾਂਗੇ ਤਾਂ ਗੱਲ ਬਣਨੀ ਆ। ਉੱਥੇ ਦੇ ਪੈਸੇ ਉੱਥੇ ਨਾਲ ਆ। ਮੈਨੂੰ ਅਜੇ ਤੱਕ ਯਾਦ ਆ, ਮੈਂ ਅੱਜ ਤੋਂ 30 ਸਾਲ ਪਹਿਲਾਂ ਮੈਨੂੰ ਜਰਮਨ ਜਾਣ ਦਾ ਮੌਕਾ ਮਿਲਿਆ। ਉਸ ਵੇਲੇ ਉੱਥੇ ਮਾਰਕ ਚੱਲਦਾ ਸੀ, ਸ਼ਾਇਦ 12-13 ਦਾ ਹੋਏਗਾ, ਤੇ ਅਸੀਂ ਗੱਡੀ 'ਚ ਟਰੈਵਲ ਕਰ ਰਹੇ ਸੀ। ਮੈਨੂੰ ਇਕੱਲਾ ਆਉਣਾ ਪੈ ਗਿਆ, ਫਰੈਂਕਫਰਟ ਤੋਂ ਡੂਸਲਡੋਰਫ ਵੱਲ ਨੂੰ ਆਉਣਾ ਸੀਗਾ। ਤੇ ਮੈਂ ਆਖਿਆ ਮੈਂ ਕਾਫੀ ਪੀ ਲੈਣਾ, ਤੇ ਉਹਨੂੰ ਮੈਂ ਪੁੱਛਿਆ ਕਿੰਨੇ ਦੀ, ਉਹਨੇ ਕਿਹਾ ਕਿ 3 ਮਾਰਕ ਦੀ ਹੈ। ਮੈਂ ਝੱਟ ਦੇਣੀ ਗੁਣਾ ਕੀਤਾ 36 ਰੁਪਈਆਂ ਦੀ। ਮੈਂ ਕਿਹਾ ਇਹ ਰੁਪਈਏ ਵਾਲੀ, ਮੈਂ 36 ਦੀ ਨਾ, ਮੈਂ ਕਿਹਾ ਰਹਿਣ ਦੇ ਭਾਈ, ਮੈਂ ਨਹੀਂ ਪੀਂਦਾ। ਜਿੰਨੀ ਦੇਰ ਤੱਕ ਗੁਣਾ ਕਰਨਾ ਨਹੀਂ ਨਾ ਛੱਡਾਂਗੇ, ਸਾਡੀ ਤੇ ਮਜਬੂਰੀ, ਅਸੀਂ ਤੇ ਕਦੀ ਕਦਾਈ ਆਉਣਾ ਹੁੰਦਾ, ਅਸੀਂ ਤਾਂ ਗੁਣਾ ਕਰਨਾ ਹੀ ਹੈ। ਲੇਕਿਨ ਜਿਹੜੇ ਉੱਥੇ ਵਾਲੇ ਲੋਕ ਆ, ਉਹ ਗੁਣਾ ਕਰਨਾ ਛੱਡ ਦਿਓ। ਉੱਥੇ ਦੇ ਪੈਸੇ, ਉੱਥੇ ਦਾ ਸਿਸਟਮ, ਉੱਥੇ ਦਾ ਉੱਥੇ ਨਾਲ ਆ। ਖੁਸ਼ੀ ਜਿਹੜੀ ਆ ਉਹ ਕਿਸੇ ਵੀ ਪੈਸੇ ਦੇ ਨਾਲ ਅਗਰ ਮਿਲਦੀ ਹੋਵੇ ਤਾਂ ਲੈ ਲੈਣੀ ਚਾਹੀਦੀ ਆ। ਕਿਉਂਕਿ ਇਸੇ ਕਰਕੇ ਤੇ ਮੈਂ ਹੀ ਜ਼ਿਕਰ ਕਰਦਾ ਨਾ ਕਿ ਹੱਸਣ ਖੇਡਣ ਮਨ ਕਾ ਚਾਓ। ਹੱਸਣ ਦਾ ਕਿਤੇ ਜਾਚ ਸਿੱਖ ਲਓ, ਹੱਸਣ ਦੇ ਕਿਤੇ ਮੌਕੇ ਮੇਲ ਬਣਾ ਲਓ। ਹੱਸਣਾ ਜਿਹੜਾ ਆ ਉਹ ਸੈਟਰਡੇ ਸੰਡੇ ਪਰਿਵਾਰ ਦੇ ਵਿੱਚ ਇਕੱਠੇ ਹੋ ਕੇ ਕਰਨਾ ਸ਼ੁਰੂ ਕਰ ਦਈਏ ਤੇ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਪਹਿਲਾਂ ਬਿਮਾਰੀਆਂ ਹੁੰਦੀਆਂ ਸੀ ਇਨਫੈਕਸ਼ਨ ਤੋਂ, ਬਿਲਕੁਲ ਠੀਕ, ਬੈਕਟੀਰੀਆ ਆ ਗਿਆ, ਵਾਇਰਸ ਆ ਗਈ, ਫੰਗਸ ਆ ਗਈ। ਇਸ ਵੇਲੇ ਜਿਹੜੀਆਂ ਬਿਮਾਰੀਆਂ ਨੇ ਉਹ ਸਿਰ ਤੋਂ ਉਤਰ ਰਹੀਆਂ ਨੇ। ਉਹੀ ਸਟ੍ਰੈਸ, ਸਟ੍ਰੇਨ, ਐਂਗਜ਼ਾਇਟੀ, ਫੀਅਰ, ਫੋਬੀਆ, ਡਿਪਰੈਸ਼ਨ ਜਿਹਦੀ ਤੁਸੀਂ ਗੱਲ ਕੀਤੀ ਹੈ, ਅੱਜ ਸਾਨੂੰ ਇਹ ਲੈ ਕੇ ਬਹਿ ਰਹੀਆਂ। 2 ਕਿਸਮ ਦੀਆਂ ਆ। ਇੱਕ ਪਾਸੇ ਉਦਾਸੀ ਤੇ ਉਦਾਸੀਨਤਾ, ਉਹਦੇ ਨਾਲ ਜੁੜੀਆਂ ਹੋਈਆਂ ਬਿਮਾਰੀਆਂ। ਦੂਸਰੇ ਪਾਸੇ ਫੀਅਰ, ਫੋਬੀਆ ਤੇ ਐਂਗਜ਼ਾਇਟੀ ਆ, ਉਤੇਜਨਾ, ਘਬਰਾਹਟ, ਡਰ ਹੈ। ਉਹ ਕੀ ਹੋਣਾ? ਉਹ 6 ਸਾਲਾਂ ਨੂੰ ਅਜੇ ਆਉਣਾ, ਤੁਸੀਂ ਹੁਣੇ ਸਾਹਮਣੇ ਰੱਖ ਕੇ ਬੜਾਵਾ ਡਰੀ ਜਾਂਦੇ ਹੋ। ਜੀ ਸੋ ਬਿਲਕੁਲ, ਜਿਹੜੀਆਂ ਐਂਗਜ਼ਾਇਟੀ ਵਾਲੀਆਂ ਚੀਜ਼ਾਂ ਨੇ ਉਹਨਾਂ ਨੂੰ ਸਲੋ ਡਾਊਨ ਕਰਨ ਦੀ ਜ਼ਰੂਰਤ ਹੈ। ਜਿਹੜੀਆਂ ਉਦਾਸੀ ਵਾਲੀਆਂ ਉਹਨਾਂ ਨੂੰ ਐਲੀਵੇਟ ਕਰਨ ਦੀ ਜ਼ਰੂਰਤ ਹੈ। ਬਹੁਤ ਵਾਰੀ ਐਰੋਮਾ ਥੈਰੇਪੀ, ਖੁਸ਼ਬੂਆਂ ਨੇ ਜਿਹੜੀਆਂ, ਇਹ ਮੂਡ ਐਲੀਵੇਸ਼ਨ ਕਰਦੀਆਂ ਮੂਡ ਨੂੰ। ਜਿੱਥੇ ਕਿਤੇ ਉਤੇਜਨਾ ਆ ਉੱਥੇ ਸਾਨੂੰ ਸੈਡੀਸ਼ਨ ਕਰਨੀ ਹੁੰਦੀ ਹੈ, ਕਾਮ ਕੁਆਇਟ ਕਰਨਾ ਹੁੰਦਾ ਹੈ। ਪਰ ਇਸ ਵੇਲੇ ਸਿਧਾਂਤ ਇਹ ਚੱਲ ਰਿਹਾ ਹੈ ਸਿਸਟਮ ਦੇ ਕੋਲ, ਮੈਡੀਕਲ ਸਿਸਟਮ ਦੇ ਕੋਲ, ਕਿ ਕਾਫਰ ਕਾ ਸੋਨਾ ਹੀ ਬੰਦਗੀ ਹੈ। ਜੇ ਤੁਸੀਂ ਪੁੱਠਾ ਸੋਚੋਗੇ ਤੇ ਇਹਦੇ ਨਾਲ ਚੰਗਾ ਤੂੰ ਸੁੱਤਾ ਰਹੋ। ਉਹ ਸੈਡੇਟਿਵਸ, ਟ੍ਰੈਂਕਲਾਈਜ਼ਰਸ ਐਂਡ ਉਹ ਸਾਰੀਆਂ ਦਵਾਈਆਂ ਦੇ ਕੇ ਕਹਿੰਦੇ ਸੁੱਤਾ ਰਹੋ, ਭਾਵੇਂ ਉਹ ਆਲਰੇਡੀ ਡਿਪਰੈਸ਼ਨ 'ਚ ਹੈ, ਉਹਨੂੰ ਕਹਿੰਦੇ ਹੋਰ ਸੌ ਜਾ। ਸੋ ਜਿੱਥੇ ਕਿਤੇ ਐਲੀਵੇਸ਼ਨ ਆ ਉੱਥੇ ਤਾਂ ਦਿਓ ਤੁਸੀਂ, ਉਹ ਡਿਪਰੈਸ਼ਨ ਵਾਲੇ ਨੂੰ ਵੀ ਉਹੀ ਦੇਈ ਜਾਂਦੇ ਆ। ਸੋ ਇਸ ਕਰਕੇ ਜਿੰਨੀ ਦੇਰ ਤੱਕ ਅਸੀਂ ਐਲੀਵੇਸ਼ਨ ਨੂੰ ਨਹੀਂ ਸਮਝਾਂਗੇ, ਮੂਡ ਐਲੀਵੇਸ਼ਨ ਨੂੰ, ਔਰ ਦੂਸਰੇ ਪਾਸੇ ਮੂਡ ਰੈਗੂਲੇਟ ਕਰਨ ਦੇ ਲਈ ਇਹ ਨਹੀਂ ਸਮਝਾਂਗੇ, ਉਨੀ ਦੇਰ ਤੱਕ ਮਨੋਵਿਕਾਰ ਤੇ ਮਨੋਰੋਗ ਸੰਭਾਲੇ ਨਹੀਂ ਜਾਣਗੇ। ਡਾਕਟਰ ਸਾਹਿਬ ਆਖਰੀ 2 ਮਿੰਟ ਬਚੇ ਨੇ, ਇੱਕ ਮੈਂ ਜਾਂਦੇ ਜਾਂਦੇ ਗੱਲ ਤੁਹਾਨੂੰ ਪੁੱਛਣੀ ਆ। ਇੱਕ ਹੈਪੇਟਾਈਟਿਸ ਸੀ, ਕਾਲਾ ਪੀਲੀਆ ਜਿਹਨੂੰ ਆਪਾਂ ਕਹਿ ਦਿੰਦੇ ਆ ਜੀ, ਇਹਦਾ ਕਾਰਨ ਤੇ ਹੱਲ ਕੋਈ ਜੀ? ਦੇਖੋ, ਇਹ ਵਾਇਰਲ ਡਿਜ਼ੀਜ਼ਸ ਹੈ। ਇਸ ਵੇਲੇ ਤੇ ਅਸੀਂ ਬੜੇ ਪ੍ਰਚਲਿਤ ਹੋ ਗਏ ਹਾਂ। ਵਾਇਰਸ ਹੁੰਦਾ ਕੀ ਹੈ, ਕਿਵੇਂ ਆਉਂਦਾ ਹੈ। ਸੋ ਹੈਪੇਟਾਈਟਸ ਏ ਹੋ ਗਿਆ, ਬੀ ਹੋ ਗਿਆ, ਸੀ ਹੋ ਗਿਆ, ਵਾਇਰਸ ਨੇ ਜਿਹੜੇ ਬਹੁਤ ਵਾਰੀ ਸਾਨੂੰ ਕੰਟੈਮੀਨੇਟਿਡ ਫੂਡ ਜਾਂ ਉਹਦੇ ਚੋਂ ਆ ਕੇ ਸਾਨੂੰ ਚੰਬੜ ਜਾਂਦੇ ਲਿਵਰ ਦੇ ਵਿੱਚ। ਇਹ ਬੜਾ ਕੈਮੋਫਲੇਜ ਕਰਕੇ ਨਾ ਦੜੇ ਰਹਿੰਦੇ ਆ ਵਿੱਚ, ਪਤਾ ਨਹੀਂ ਕਿਹੜੇ ਵੇਲੇ ਇਹਨਾਂ ਨੇ ਬਾਹਰ ਨਿਕਲਣਾ, ਫਿਰ ਸਾਡਾ ਲਿਵਰ ਲੈ ਬੈਠੇ ਆ। ਸੋ ਇਸ ਕਰਕੇ ਇਹ ਵਾਇਰਲ ਡਿਜ਼ੀਜ਼ਸ ਨੇ ਜਿਹੜੀਆਂ ਕਿ ਲਿਵਰ ਨੂੰ ਡੈਮੇਜ ਕਰਦੀਆਂ। ਸੋ ਕਿਸੇ ਵੇਲੇ ਸੁੱਤੇ ਰਹਿੰਦੇ ਆ 10-10 ਸਾਲ, 20-20 ਸਾਲ, ਕੁਛ ਨਹੀਂ ਕਹਿੰਦੇ। ਜਦੋਂ ਨਿਕਲਦੇ ਆ ਉਸ ਵੇਲੇ ਤਤੱਲੀ ਮਚਾ ਦਿੰਦੇ ਆ।
ਸੋ ਇਹ ਜਿਹੜੀਆਂ ਹੈਪੇਟਾਈਟਸ ਦਾ ਮਤਲਬ ਹੁੰਦਾ ਸੂਜਨ। ਉਸ ਵਾਇਰਸ ਕਰਕੇ ਜਿਹੜਾ ਕਿ ਏ ਆ, ਬੀ ਆ ਜਾਂ ਸੀ ਆ, ਉਹਦੇ ਕਰਕੇ ਲਿਵਰ ਦੇ ਵਿੱਚ ਕਈ ਤਰ੍ਹਾਂ ਦੀਆਂ ਪ੍ਰੋਬਲਮਸ, ਖਾਸ ਕਰਕੇ ਸੂਜਨ ਜਿਹੜੀ ਹੈ ਉਹ ਦੇ ਜਾਂਦੇ ਨੇ, ਜਿਹਦੇ ਕਰਕੇ ਲਿਵਰ ਸਾਡਾ ਇੱਕੋ ਇੱਕ ਵਿਚਾਰਾ ਇਕਲੌਤਾ ਆਰਗਨ ਹੈ। ਬਹੁਤ ਸਾਰੇ ਆਰਗਨ ਸਾਡੇ ਦੋ ਨੇ, ਫੇਫੜੇ 2 ਹੋ ਗਏ, ਕਿਡਨੀਆਂ 2 ਹੋ ਗਈਆਂ, ਇਹ ਵਿਚਾਰਾ ਇਕੱਲਾ ਹੀ ਹੈ। ਲੇਕਿਨ ਇਹਦੇ ਕੋਲ ਕੰਮ ਵੀ ਬਹੁਤ ਜ਼ਿਆਦਾ ਨੇ। ਸਭ ਤੋਂ ਵੱਧ ਕੰਮ ਸਾਡੇ ਕੋਲ ਲਿਵਰ ਨੇ। ਇਹ ਫੈਕਟਰੀ ਵੀ ਆ, ਚੀਜ਼ਾਂ ਬਣਾਉਂਦਾ ਆ ਜਿਹਦੇ ਨਾਲ ਸਰੀਰ ਚੱਲਦਾ, ਸਪਲਾਈ ਕਰਦਾ। ਦੂਸਰਾ ਇਹ ਰੈਜ਼ਰਵਾਇਰ ਆ, ਬਹੁਤ ਵੱਡਾ ਝੀਲ ਆ ਜਿਹਦੇ ਵਿੱਚ ਹਰ ਚੀਜ਼ ਅਸੀਂ ਜੋ ਤੇ ਜਮ੍ਹਾਂ ਕਰੀ ਜਾਂਦਾ, ਫਿਰ ਜਿੱਥੇ ਜਿੱਥੇ ਡਿਮਾਂਡ ਆਉਂਦੀ ਹੈ ਉੱਥੇ ਉੱਥੇ ਭੇਜਦਾ ਹੈ। ਸੋ ਇਹ ਡਿਸਪੈਂਸੇਸ਼ਨ ਕਰਨੀ, ਰਿਜ਼ਰਵਾਇਰ, ਫੈਕਟਰੀ, ਚੀਜ਼ਾਂ ਬਣਾਉਣੀਆਂ ਔਰ ਉਹ ਦੇਣੀਆਂ, ਜਿਹਦੇ ਨਾਲ ਸਾਡਾ ਸਰੀਰ ਸੰਚਾਲਿਤ ਹੁੰਦਾ ਹੈ। ਸੋ ਭਈ ਇਹਨੂੰ ਸੰਭਾਲਣਾ ਬੜਾ ਜ਼ਰੂਰੀ ਹੈ। ਜਦੋਂ ਕਿਤੇ ਆਈਟਸ, ਸੂਜਨ ਆ ਜਾਏ ਜੀ, ਤੇ ਇੱਕ ਆਖਰੀ ਬਿਮਾਰੀ ਵੀ ਹੈਗੀ ਹੈ, ਸਿਰੋਸਿਸ। ਸਾਰੀ ਉਮਰ ਅਸੀਂ ਔਨ ਰੌਕਸ ਸ਼ਰਾਬ ਪੀਂਦੇ ਰਹਿੰਦੇ ਹਾਂ, ਬਹੁਤ ਸਾਰੀਆਂ ਸਾਨੂੰ ਮਜਬੂਰੀ 'ਚ ਕਈ ਵਾਰੀ ਦਵਾਈਆਂ ਖਾਣੀਆਂ ਪੈ ਜਾਂਦੀਆਂ, ਜਿਹਨੂੰ ਅਸੀਂ ਕਾਲਾ ਪੀਲੀਆ ਕਹਿ ਦਿੰਦੇ ਹਾਂ। ਸੋ ਇਹ ਸਾਡੇ ਕੋਲ ਇਸ ਤਰ੍ਹਾਂ ਦੀਆਂ ਬਿਮਾਰੀਆਂ ਨੇ ਲਿਵਰ ਦੀ। ਇੱਕ ਸਿੰਪਲ ਸੂਜਨ ਵੀ ਹੈ ਜਾਂ ਫੈਟੀ ਲਿਵਰ ਹੈ। ਫੈਟੀ ਲਿਵਰ ਤੇ ਸਾਡਾ ਖਾਣ ਪੀਣ ਦੇ ਕਰਕੇ ਅਸੀਂ ਆਪੇ ਹੀ ਸਹੇੜਿਆ ਹੈ, ਆਪੇ ਫਾਥੜੀਏ ਤੇ ਉਹਨੂੰ ਕੌਣ ਛਡਾਵੇ। ਸੋ ਬਹੁਤ ਸਾਰੀਆਂ ਇਹ ਲਿਵਰ ਦੇ ਨਾਲ ਸੰਬੰਧਿਤ ਬਿਮਾਰੀਆਂ ਨੇ, ਜਿਨ੍ਹਾਂ ਦੇ ਲਈ ਮੋਟੇ ਤੌਰ ਤੇ ਤੁਸੀਂ 2 ਕੰਮ ਕਰੋ। ਕਿਸੇ ਵੀ ਕਿਸਮ ਦੀ ਲਿਵਰ ਦੀ ਬਿਮਾਰੀ ਹੈ, 2 ਚੀਜ਼ਾਂ ਤੁਹਾਡੇ ਵਾਸਤੇ ਪ੍ਰੋਹਿਬਿਟਡ ਨੇ, ਜਿਹਦੇ ਵਿੱਚ ਟੇਬਲ ਸਾਲਟ ਘੱਟ ਤੋਂ ਘੱਟ ਲਓ ਤੇ ਆਇਲਸ ਘੱਟ ਤੋਂ ਘੱਟ ਲਓ। ਬਿਲਕੁਲ ਬਿਲਕੁਲ। ਦਵਾਈ ਉਹ ਬਣਨੀ ਹੈ ਜਿਹੜੀ ਪਛਾਣ ਕੇ ਇਹਦੀ ਬਿਮਾਰੀ ਕੀ ਹੈ ਤੇ ਉਹਦੇ ਲਈ ਉਹਦਾ ਬਣਦਾ ਇਲਾਜ ਉਹ ਡਾਕਟਰ ਨੂੰ ਦੱਸੇਗਾ। ਲੇਕਿਨ ਇਹ ਜ਼ਰੂਰ ਕਰੋ ਕਿ ਜਿੱਥੇ ਕਿਤੇ ਗੰਨੇ ਦਾ ਰਸ ਮਿਲਦਾ ਹੋਵੇ, ਰੌ ਮਿਲਦੀ ਹੋਵੇ, ਰੱਜ ਕੇ ਪੀਓ। ਜੀ। ਜਿੱਥੇ ਕਿਤੇ ਲੱਸੀ ਮਿਲਦੀ ਹੋਵੇ, ਰੱਜ ਕੇ ਪੀਓ। ਜੀ। ਜਿੱਥੇ ਕਿਤੇ ਜੂਸ ਮਿਲਦੇ ਹੋਣ, ਰੱਜ ਕੇ ਪੀਓ। ਜਿਨ੍ਹਾਂ ਲੋਕਾਂ ਦਾ ਰਾਤੀ ਔਨ ਰੌਕਸ ਚੱਲਦਾ ਹੋਵੇ, ਉਹ ਤੇ ਭਾਈ ਲੱਸੀ ਆਪਣਾ ਹਿੱਸਾ ਬਣਾ ਲੈਣ ਕਿ ਲੱਸੀ ਤੇ ਦਹੀਂ ਉਹਨਾਂ ਦੀ ਖੁਰਾਕ ਹੈ। ਉਸ ਤੋਂ ਬਗੈਰ ਮੈਂ ਨਹੀਂ ਕਹਿੰਦਾ ਪੀਓ, ਪਰ ਜੇ ਤੁਹਾਡੀ ਮਜਬੂਰੀ ਬਣੀ ਹੋਈ ਹੈ, ਜੇ ਤੁਸੀਂ, ਤਾਂ ਜ਼ਰੂਰ ਲੱਸੀ ਦੱਬ ਕੇ ਪੀਓ। ਸੋ ਨਾਰੀਅਲ ਦਾ ਪਾਣੀ, ਲੱਸੀ, ਗੰਨੇ ਦਾ ਜੂਸ ਜਾਂ ਰੌ ਜਿਹਨੂੰ ਅਸੀਂ ਕਹਿੰਦੇ ਆ, ਜਾਂ ਫਲਾਂ ਦੇ ਰਸ ਨੇ ਜਿਹੜੇ, ਇਹ ਤੁਹਾਡੀ ਖੁਰਾਕ ਦੇ ਵਿੱਚ ਬਹੁਤਾਤ ਚ ਹੋਣੇ ਚਾਹੀਦੇ। ਡਾਕਟਰ ਸਾਹਿਬ, ਤੁਸੀਂ ਸਮਾਂ ਕੱਢਿਆ ਜੀ ਤੇ ਇੰਨੀ ਡਿਟੇਲ 'ਚ ਸਾਰਾ ਕੁਝ ਸਮਝਾਇਆ, ਤੁਹਾਡਾ ਬੜਾ ਧੰਨਵਾਦ ਜੀ। ਸ਼ੁਕਰੀਆ। ਸੋ ਇਹ ਸਨ ਜੀ ਡਾਕਟਰ ਹਰੀਦਮਨ ਸਿੰਘ ਮਾਲ, ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਾਫੀ ਕੁਝ ਅਸੀਂ ਡਿਸਕਸ ਕੀਤਾ। ਆਸ ਕਰਦੇ ਹਾਂ ਕਿ ਇਹਦੇ ਤੋਂ ਕਈ ਚੀਜ਼ਾਂ ਤੁਹਾਨੂੰ ਕਲੀਅਰ ਹੋਈਆਂ ਹੋਣਗੀਆਂ। ਬਾਕੀ ਆਉਣ ਵਾਲੇ ਦਿਨਾਂ 'ਚ ਇਸ ਪ੍ਰੋਗਰਾਮ 'ਚ ਹੋਰਨਾਂ ਗੱਲਾਂ 'ਤੇ ਵੀ ਆਪਾਂ ਡਿਸਕਸ ਕਰਦੇ ਰਹਿੰਦੇ ਹਾਂ। ਆਪਣੀ ਫੀਡਬੈਕ ਸਾਡੇ ਤੱਕ ਪਹੁੰਚਾਉਂਦੇ ਰਿਹਾ ਕਰੋ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।